वेद की उतरी सिमृत पाई, सांकल जेवरी लै है आई। आपन नगर आप दे बांधिया, मोह कै फांद काल सर सांधिया। रहाओ कटी ना कटै, टूट न जाई। सात सापन होए जग को खाई, अहम देखत जिन सब जग टूटिया। कहो कबीर मैं राम कह छूटिया। हम देखत जिन सब जग लूटिया। कहो कबीर मैं राम कह छूटिया। वाहिगुरु जी का खालसा, वाहिगुरु जी की फतेह। सो परम सन्मानयोग गुरु अकाल चवर शतर ਅਤੇ ਅਫਤ ਦੇ ਮਾਲਕ ਬਾਣੀ ਕੇ ਹੋਏ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਮਹਾਨ ਪਵਿੱਤਰ ਇਤਿਹਾਸਕ ਸਥਾਨ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਯਾਤਰਾ ਕਰ ਰਹੀ ਬਹੁਤ ਹੀ ਸਤਿਕਾਰਯੋਗ ਗੁਰੂ ਸਾਧ ਸੰਗਤ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਤੁਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਗੁਰੂ ਪਿਆਰ ਵਾਲਿਆਂ ਨੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇਸ ਕੀਰਤਨ ਦਾ ਬਹੁਤ ਗੁਣਗਾਨ ਕੀਤਾ ਹੈ ਔਰ ਫਰਮਾਇਆ ਹੈ ਭਾਈ ਕੋਈ ਸੁਰਤ ਕਰਕੇ ਕੀਰਤਨ ਸਰਵਣ ਕਰ ਲਵੇ ਤਾਂ ਜਿਨ੍ਹਾਂ ਦੁੱਖਾਂ ਤੋਂ ਸਾਰਾ ਸੰਸਾਰ ਵਿਚਲਤ ਹੈ ਉਹ ਦੁੱਖ ਉਸ ਮਨੁੱਖ ਦੇ ਨੇੜੇ ਵੀ ਨਹੀਂ ਆ ਸਕਦੇ। ਭਾਵ ਇਹ ਕਿ ਉਹਦੀ ਅਵਸਥਾ ਇਸ ਤਰ੍ਹਾਂ ਦੀ ਬਣ ਜਾਂਦੀ ਕਿ ਦੁੱਖ ਉਸ ਨੂੰ ਦੁਖੀ ਨਹੀਂ ਕਰ ਪਾਉਂਦੇ। ਆਉਂਦੇ ਨੇ ਚਲੇ ਜਾਂਦੇ ਨੇ, ਬੌਣੇ ਹੋ ਜਾਂਦੇ ਨੇ। ਸਿੱਖ ਗੁਰਬਾਣੀ ਦੀ ਬਰਕਤ ਨਾਲ ਅੰਦਰੋਂ ਇੰਨਾ ਮਜ਼ਬੂਤ ਹੋ ਜਾਂਦਾ ਹੈ, ਇੰਨਾ ਸਟਰੋਂਗ ਹੋ ਜਾਂਦਾ ਹੈ ਕਿ ਉਹ ਛੋਟੇ ਛੋਟੇ ਦੁੱਖ ਤਕਲੀਫਾਂ ਚਿੰਤਾਵਾਂ ਝੋਰੇ ਇਹਨੂੰ ਅੰਦਰੋਂ ਡਿਸਟਰਬ ਨਹੀਂ ਕਰ ਸਕਦੇ, ਹਿਲਾ ਨਹੀਂ ਸਕਦੇ। ਔਰ ਫਰਮਾਇਆ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਤਿਸ ਜਨ ਦੁਖ ਨਿਕਟ ਨਹੀਂ ਆਵੇ। ਤੋ ਨਿਰਸੰਦੇਹ ਇਹ ਤੇ ਤੁਸੀਂ ਮਹਿਸੂਸ ਵੀ ਕੀਤਾ ਹੋਵੇਗਾ ਵੀ ਜਿਤਨੀ ਕੁ ਦੇਰ ਕੀਰਤਨ ਹੁੰਦਾ ਹੈ ਅਸੀਂ ਬੈਠੇ ਹੁੰਦੇ ਹਾਂ ਤੇ ਇੰਝ ਲੱਗਦਾ ਹੈ ਜਿਵੇਂ ਅਸੀਂ ਪ੍ਰੀਤਮ ਦੇ ਦੇਸ਼ ਦੇ ਵਸਿੰਦੇ ਬਣ ਗਏ ਹੋਈਏ। ਗ੍ਰਸਤ ਦੇ ਝੋਰੇ ਚਿੰਤਾਵਾਂ
ਹੋਰ ਕਈ ਕਿਸਮ ਦੀਆਂ ਜ਼ਿੰਮੇਵਾਰੀਆਂ ਦੇ ਖਲਜਗਰ ਥੋੜੀ ਦੇਰ ਵਾਸਤੇ ਡਿੱਗ ਪੈਂਦੇ ਨੇ ਔਰ ਅੰਦਰੋਂ ਇੱਕ ਰਿਲੀਫ ਜੀ ਮਹਿਸੂਸ ਹੁੰਦੀ ਹੈ, ਅੰਦਰੋਂ ਇੱਕ ਕਹਿ ਲਈਏ ਵੀ ਲੁਤਫ ਜਿਹਾ ਪ੍ਰਤੀਤ ਹੁੰਦਾ ਹੈ, ਭਾਵੇਂ ਉਹ ਵਕਤੀ ਤੌਰ ਤੇ ਹੁੰਦਾ ਹੈ। ਪਰ ਜੇ ਕਿਤੇ ਸੁਰਤ ਚੰਗੀ ਤਰ੍ਹਾਂ ਜੁੜ ਜਾਵੇ ਤਾਂ ਫਿਰ ਸਤਿਗੁਰੂ ਐਸੀ ਬਖਸ਼ਿਸ਼ ਕਰਦੇ ਨੇ ਭਾਈ ਕਿ ਇਹ ਮੁਸੀਬਤਾਂ ਝੋਰੇ ਦੁੱਖ ਜੀਵਨ ਵਿੱਚ ਆਉਂਦੇ ਨੇ, ਸਿੱਖ ਦਾ ਸੰਤੁਲਨ ਬਣ ਜਾਂਦਾ ਹੈ, ਉਹ ਹੜਬੜਾਉਂਦਾ ਹੈ। ਗੁਰੂ ਕਿਰਪਾ ਕਰੇ ਆਪ ਜੀ ਦਾ ਇਹ ਗੁਰੂ ਚਰਨਾਂ ਨਾਲ ਪਿਆਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜ਼ਿਆਦਾ ਹੋਵੇ ਤਾਂ ਕਿ ਅਸੀਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਸਤ ਸੰਗਤ ਮਾਂ ਦੋਹਾਂ ਤਿੰਨਾਂ ਚੌਹਾਂ ਬੱਚਿਆਂ ਸਾਰਿਆਂ ਨੂੰ ਪਿਆਰ ਕਰਦੀ ਏ, ਪਰ ਜਿਹੜਾ ਸਭ ਤੋਂ ਛੋਟਾ ਗੋਦੀ ਵਿੱਚ ਹੁੰਦਾ ਹੈ ਨਾ, ਉਹ ਪਿਆਰ ਜ਼ਿਆਦਾ ਲੁੱਟ ਲਈਦਾ। ਇਸ ਤਰ੍ਹਾਂ ਹਜ਼ੂਰ ਸਾਰੇ ਸਿੱਖਾਂ ਨੂੰ ਪਿਆਰ ਕਰਦੇ, ਪਰ ਜਿਹੜੇ ਕਦੀ ਕਦੀ ਘੰਟਾ ਅੱਧਾ ਘੰਟਾ ਗੁਰੂ ਦੀ ਝੋਲੀ 'ਚ ਆ ਕੇ ਬੈਠ ਜਾਂਦੇ ਨੇ, ਪਿਆਰ ਉਹ ਜ਼ਿਆਦਾ ਲੁੱਟ ਲੈਂਦੇ, ਜਿਵੇਂ ਸਭ ਤੋਂ ਛੋਟਾ ਬੱਚਾ ਜ਼ਿਆਦਾ ਪਿਆਰ ਲੁੱਟ ਲੈਂਦਾ। ਤੋ ਅਸੀਂ ਛੋਟੇ ਬਣੀਏ, ਵੱਡੇ ਨਾ ਬਣੀਏ, ਗੁਰੂ ਦੀ ਗੋਦ ਵਿੱਚ ਬੈਠੇ ਰਹੀਏ ਵੀ ਸਤਿਗੁਰੂ ਅਸੀਂ ਅਜੇ ਮੈਚਿਓਰ ਨਹੀਂ ਹੋਏ, ਸਾਨੂੰ ਅਜੇ ਤੁਹਾਡੀ ਜ਼ਰੂਰਤ ਹੈ। ਇਹ ਨਾ ਆਖੀਏ ਵੀ ਮੈਨੂੰ ਤੇ ਸਭ ਪਤਾ ਹੈ ਜੀ, ਮੈਂ ਤੇ ਸਭ ਜਾਣਨਾ। ਨਹੀਂ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ। ਇਹ ਮਾਣ ਨਾ ਕਰ ਵੀ ਮੈਨੂੰ ਬਹੁਤ ਕੁਝ ਆਉਂਦਾ ਹੈ, ਹੁਣ ਤੇ ਮੈਨੂੰ ਕੀਰਤਨ ਸੁਣਨ ਦੀ ਲੋੜ ਹੀ ਨਹੀਂ, ਹੁਣ ਤੇ ਮੈਨੂੰ ਕਥਾ ਦੀ ਵੀ ਜ਼ਰੂਰਤ ਨਹੀਂ, ਕਿਉਂਕਿ ਮੈਨੂੰ ਤੇ ਆਲਰੇਡੀ ਬਹੁਤ ਕੁਝ ਪਤਾ ਹੈ। ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ, ਗੁਰਮੁਖ ਨਮਾਣਾ ਹੋ। ਤੋ ਇਹ ਸਤਿਗੁਰੂ ਕਿਰਪਾ ਕਰਨ, ਇਹ ਤੁਹਾਡਾ ਪਿਆਰ, ਇਹ ਗੁਰੂ ਚਰਨਾਂ ਦਾ ਸਤਿਕਾਰ ਜੀਵਨ ਵਿੱਚ ਹੋਰ ਬਰਕਤਾਂ ਲੈ ਕੇ ਆਵੇ। ਸਾਧ ਸੰਗਤ ਜੀ, ਭਗਤਾਂ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ, ਕਿਉਂਕਿ ਤਰਤੀਬ ਅਨੁਸਾਰ ਜਦੋਂ ਕੋਈ ਰਾਗ ਸ਼ੁਰੂ ਹੁੰਦਾ ਹੈ ਤੇ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਕ੍ਰਮਵਾਰ, ਦੂਜੇ ਤੀਜੇ ਚੌਥੇ ਪੰਜਵੇਂ ਤੇ ਨੌਵੇਂ ਪਾਤਸ਼ਾਹ ਦੀ ਬਾਣੀ ਹੁੰਦੀ ਹੈ। ਫਿਰ ਪਿਆਰਿਓ ਭਗਤਾਂ ਦੀ ਬਾਣੀ ਕ੍ਰਮਵਾਰ ਸ਼ੁਰੂ ਹੁੰਦੀ ਹੈ ਤੇ ਉੱਥੇ ਵੀ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ, ਨਾਮਦੇਵ ਸਾਹਿਬ, ਇਸ ਤਰ੍ਹਾਂ ਕ੍ਰਮਵਾਰ ਸ਼ੁਰੂ ਹੁੰਦੀ ਹੈ। ਹੁਣ ਭਗਤਾਂ ਵਿੱਚੋਂ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ ਸਾਧ ਸੰਗਤ ਜੀ, ਉਹਦੇ ਵਿੱਚੋਂ ਜ਼ਿਆਦਾ ਬਚਨ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੇ ਬਚਨ ਤੇ ਭਗਤ ਨਾਮਦੇਵ ਜੀ ਦੇ ਵੀ ਨੇ, ਭਗਤ ਰਵਿਦਾਸ ਜੀ ਦੇ ਵੀ ਨੇ। ਇਹ ਤਿੰਨ ਬਾਣੀਕਾਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਜ਼ਿਆਦਾ ਬਚਨ। ਸਭ ਤੋਂ ਜ਼ਿਆਦਾ ਸ਼ਬਦ ਕਬੀਰ ਸਾਹਿਬ ਦੇ ਨੇ, ਫਿਰ 60 ਦੇ ਕਰੀਬ ਸ਼ਬਦ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਨੇ, ਫਿਰ 40 ਸ਼ਬਦ ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਦੇ। ਬਾਕੀ ਜਿਹੜੇ ਭਗਤ ਸਾਹਿਬਾਨ ਨੇ, ਫਿਰ ਉਹਨਾਂ ਦੇ ਸ਼ਬਦ ਕਿਸੇ ਦਾ 1 ਹੈ, ਕਿਸੇ ਦੇ 4 ਨੇ, ਕਿਸੇ ਦੇ 6 ਨੇ, ਕਿਸੇ ਦੇ 2 ਨੇ, ਕਿਸੇ ਦੇ 10 ਨੇ, ਕਿਉਂਕਿ 15 ਭਗਤਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਣੀ ਦਰਜ ਹੈ। ਹੁਣ ਇਹ ਗੌੜੀ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਦੇ ਬਚਨ ਜ਼ਿਆਦਾ ਨੇ, ਕਿਉਂਕਿ 52 ਅੱਖਰੀ ਚੱਲਣੀ ਹੈ, ਉਹ ਲੰਬੀ ਬਾਣੀ ਹੈ। ਫਿਰ 7 ਵਾਰ ਚੱਲਣੇ ਨੇ, 15 ਥਿੱਤਾਂ ਚੱਲਣੀਆਂ ਨੇ। ਉਸ ਤੋਂ ਪਹਿਲਾਂ ਸ਼ਬਦ ਨੇ, ਸ਼ਬਦਾਂ ਦੇ ਠੀਕ ਕੁਝ ਅਸ਼ਟਪਦੀਆਂ ਨੇ। ਤੋ ਇਹ ਭਗਤ ਕਬੀਰ ਸਾਹਿਬ ਦੀ ਬਾਣੀ ਗੌੜੀ ਰਾਗ ਚੱਲ ਰਹੀ ਹੈ ਸਾਧ ਸੰਗਤ ਜੀ। ਤੋ ਅੱਜ ਦਾ ਜਿਹੜਾ ਪਵਿੱਤਰ ਸ਼ਬਦ ਹੈ, ਇਹ ਸ਼ਬਦ ਦੀ ਸ਼ੁਰੂਆਤ ਭਗਤ ਕਬੀਰ ਸਾਹਿਬ ਮਹਾਰਾਜ ਕਰਦੇ ਨੇ, ਵੇਦ ਕੀ ਪੁੱਤਰੀ ਸਿਮਰਿਤ ਭਾਈ, ਸਾਂਕਲ ਜੇਵਰੀ ਲੈ ਹੈ ਆਈ। ਹੁਣ ਵੇਦ, ਵੈਸੇ ਤੇ ਗੁਰਬਾਣੀ ਵਿੱਚ ਵੇਦ ਸਾਰੇ ਧਾਰਮਿਕ ਗ੍ਰੰਥਾਂ ਲਈ ਵੀ ਕਿਤੇ ਕਿਤੇ ਵੇਦ ਸ਼ਬਦ ਵਰਤਿਆ, ਪਰ ਜਦੋਂ ਇੱਥੇ ਨਾਲ ਸਿਮਰਿਤ ਆ ਗਈ ਤਾਂ ਇਹ ਹਿੰਦੂ ਮਤ ਦੇ 4 ਵੇਦਾਂ ਵੱਲ ਇਸ਼ਾਰਾ। 4 ਵੇਦ ਮੁੱਖ ਗ੍ਰੰਥ ਨੇ ਸਨਾਤਨ ਮਤ ਦੇ। ਹੁਣ ਉਹ ਸ਼ਬਦ ਪ੍ਰਚਲਿਤ ਹੋ ਗਿਆ ਹਿੰਦੂ। ਜੇ ਸਾਡੇ ਵੀਰ ਹਿੰਦੂ ਸ਼ਬਦ ਅਖਵਾ ਕੇ ਪ੍ਰਸੰਨ ਹੁੰਦੇ ਨੇ ਤੇ ਅਸੀਂ ਸਤਿਕਾਰ ਨਾਲ ਹਿੰਦੂ ਧਰਮ ਕਹਿ ਦਈਏ, ਪਰ ਉਂਝ ਆਪ ਜੀ ਦੇ ਗਿਆਤ ਲਈ ਅਰਜ਼ ਕਰਾਂ ਬਈ ਇਹ ਅਸਲ ਸ਼ਬਦ ਸਨਾਤਨ ਮਤ ਹੈ, ਸਨਾਤਨ ਧਰਮ ਹੈ, ਜਿਹੜਾ ਪ੍ਰੋਪਰ ਧਰਮ ਹੈ ਸਨਾਤਨ ਹੈ। ਜਦੋਂ ਆਰੀਆ ਲੋਕ ਇੱਧਰੋਂ ਪੱਛਮ ਵੱਲੋਂ ਆਏ ਤੇ ਸਿੰਧੂ ਨਦੀ ਦੇ ਆਲੇ ਦੁਆਲੇ ਸੱਭਿਅਤਾ ਸੀ ਤੇ ਉਹ ਸਾਨੂੰ ਉਸ ਨਦੀ ਦੇ ਨਾਂ ਤੇ ਸੱਭਿਅਤਾਵਾਂ ਚੱਲਦੀਆਂ ਸਨ, ਉਸ ਨਦੀ ਦੇ ਨਾਂ ਤੇ ਮੁਖਾਤਬ ਹੁੰਦੇ ਸਨ। ਸੱਸਾ ਉਹਨਾਂ ਤੋਂ ਉਚਾਰਨ ਨਹੀਂ ਸੀ ਹੁੰਦਾ, ਇਹ ਸਮੱਸਿਆ ਸੀ। ਸੱਸੇ ਦੀ ਥਾਂ ਤੇ ਉਹਨਾਂ ਦੇ ਮੂੰਹ ਚੋਂ ਹਾਹਾ ਨਿਕਲਦਾ ਸੀ। ਉਹ ਕਹਿਣਾ ਸਿੰਧੂ ਚਾਹੁੰਦੇ ਸਨ ਤੇ ਨਿਕਲਦਾ
हिंदू सी। ਇਹਦਾ ਇੱਕ ਪ੍ਰਮਾਣ ਹੈ, ਕਿਉਂ ਵੇਦਾਂ ਚੋਂ ਕਿਤੇ ਵੀ ਇੱਕ ਥਾਂ ਤੇ ਵੀ ਹਿੰਦੂ ਲਿਖਿਆ ਹੋਇਆ ਤੁਹਾਨੂੰ ਨਹੀਂ ਮਿਲੇ। 4 ਵੇਦ ਨੇ, ਪ੍ਰਾਤਨ ਗ੍ਰੰਥ ਨੇ, ਕਿਤੇ ਤੇ ਹਿੰਦੂ ਲਿਖਿਆ ਹੋਣਾ ਚਾਹੀਦਾ ਸੀ। ਹੁਣ ਸਿੱਖ ਸ਼ਬਦ ਹੈ, ਸਿੱਖ ਕੌਮ ਹੈ, ਤੇ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਦਾ ਨਾਂ ਹੀ ਨਾ ਹੋਵੇ ਤੇ ਫਿਰ ਅਸੀਂ ਕਿਵੇਂ ਮੰਨ ਲਈਏ ਵੀ ਇਹਦਾ ਨਾਂ ਸਿੱਖ ਹੈ। ਸੇਵਕ ਸਿੱਖ ਪੂਜਨ ਸਭ ਆਵੇਂ, ਬੜਿਆਂ ਥਾਵਾਂ ਤੇ ਲਿਖਿਆ। ਤੋ 4 ਵੇਦਾਂ ਚੋਂ ਕਿਤੇ ਵੀ ਹਿੰਦੂ ਲਿਖਿਆ ਤੁਹਾਨੂੰ ਨਜ਼ਰ ਨਹੀਂ ਆਵੇਗਾ, ਪੁਰਾਣਾ ਚੋਂ ਨਜ਼ਰ ਨਹੀਂ ਆਵੇਗਾ, ਸਿਮਰਤੀਆਂ ਚੋਂ ਨਜ਼ਰ। ਅਸਲ ਇਹਨਾਂ ਦਾ ਨਾਂ ਜਿਹੜਾ ਉਹ ਸਨਾਤਨ ਹੈ। ਸਨਾਤਨ ਦੇ ਅਖਰੀ ਅਰਥ ਪੁਰਾਣਾ ਹੁੰਦੇ, ਇਹ ਵੀ ਮੈਂ ਤੋ ਖੈਰ ਇਹ ਹੁਣ 4 ਵੇਦ ਨੇ ਹਿੰਦੂ ਮਤ ਦੇ। ਭਗਤ ਕਬੀਰ ਸਾਹਿਬ ਮਹਾਰਾਜ ਅੱਜ ਵੈਸੇ ਤੇ ਉਹ ਕਿਤੇ ਕਿਤੇ ਇਹ ਵੀ ਕਹਿੰਦੇ ਨੇ ਵੀ ਭਾਈ ਕੌਣ ਕੀ ਕਰਦਾ, ਤੁਸੀਂ ਕੀ ਲੈਣਾ, ਤੁਸੀਂ ਆਪਣਾ ਕੰਮ ਕਰੋ, ਪਰ ਅੱਜ ਉਹ ਥੋੜਾ ਜਿਹਾ ਫੋਕਸ ਕਰ ਰਹੇ ਨੇ ਹਿੰਦੂ ਮਤ। ਔਰ ਮੇਰੇ ਵਾਸਤੇ ਹੁਣ ਇਹ ਜ਼ਰੂਰੀ ਹੋ ਗਿਆ, ਮੈਂ ਤੇ ਸ਼ਬਦ ਨੂੰ ਖੋਲਣਾ ਹੈ। ਤੋ ਜੋ ਉਹਨਾਂ ਨੇ ਇਸ਼ਾਰੇ ਕੀਤੇ ਨੇ, ਸਿਧਾਂਤ ਦਿੱਤਾ ਹੈ, ਉਹਨੂੰ ਐਕਸਪਲੇਨ ਤੇ ਮੈਨੂੰ ਕਰਨਾ ਪੈਣਾ। ਆਪ ਜੀ ਕੀ ਫਰਮਾਨ ਕਰ ਰਹੇ ਨੇ, ਮੈਂ ਉਮੀਦ ਕਰਾਂਗਾ ਤੁਸੀਂ ਜਿਤਨੇ ਸਰੀਰ ਗੁਰੂ ਚਰਨਾਂ 'ਚ ਬੈਠੇ ਹੋ, ਸਰੀਰ ਕਰਕੇ ਸੁਰਤ ਕਰਕੇ ਵੀ ਬੈਠੋ ਤਾਂ ਕਿ ਲਾਹਾ ਪ੍ਰਾਪਤ ਹੋ ਸਕੇ। वेद की पुत्री सिमरित भाई, वैसे ਅਸੀਂ ਆਮ ਪਾਠ ਸਿਮਰਤ ਕਰਨੇ ਆ, ਇੱਥੇ ਮੰਮੇ ਨੂੰ ਵੀ ਹੁਸ਼ਿਆਰੀ ਹੈ, ਉੱਤੇ ਟਿੱਪੀ ਤੇ ਹੈ ਹੀ ਹੈ। ਸਿਮਰਤੀਆਂ ਹਿੰਦੂ ਮਤ ਦੀਆਂ ਪੁਸਤਕਾਂ ਨੇ। ਇੰਜ ਸਮਝ ਲਓ ਵੀ ਜਿਵੇਂ ਸਾਡੇ 'ਚ ਗੋਇਆ ਨੰਦ ਲਾਲ ਦੀ ਰਚਨਾ ਤੇ ਭਾਈ ਗੁਰਦਾਸ ਜੀ ਦੀ ਰਚਨਾ ਹੈ ਨਾ, ਇਸ ਤਰ੍ਹਾਂ ਸਨਾਤਨ ਮਤ ਵਿੱਚ ਇਹਨਾਂ ਸਿਮਰਤੀਆਂ ਦਾ ਸਥਾਨ ਹੈ। ਮਨੂ ਸਿਮਰਤੀ ਦਾ ਜ਼ਿਕਰ ਤੁਸੀਂ ਬੜੀ ਵਾਰੀ ਸੁਣਿਆ ਹੋਵੇਗਾ, ਬੜਾ ਕੱਟੜ ਸੀ ਉਹ, ਇਹ ਉਸੇ ਦੀਆਂ ਸਿਮਰਤੀਆਂ। वेद की पुत्री सिमरित भाई, वेदां दी धी, पुत्री मैंने धी, वेदां दी धी सिमरती। वेद की पुत्री सिमरित भाई, सांकल जेवरी लै है आई। अपने नाल संगल ते रस्सियां लैके आई। काहदे वास्ते? ये शब्द विच अगे बोलण। ਹੁਣ ਪੁੱਤਰੀ ਕਹਿਣ ਤੋਂ ਕੀ ਮਰਾਦ ਹੈ? ਭਾਵ ਇਹ ਸਿਮਰਤੀਆਂ ਜਿਹੜੀਆਂ ਵੇਦਾਂ ਦੇ ਆਧਾਰ ਦੇ ਉੱਤੇ ਲਿਖੀਆਂ ਗਈਆਂ, ਵੇਦਾਂ ਨੂੰ ਆਧਾਰ ਬਣਾ ਕੇ ਇਹ ਸਿਮਰਤੀਆਂ ਲਿਖੀਆਂ ਗਈਆਂ। ਹੁਣ ਇਹਨਾਂ ਸਿਮਰਤੀਆਂ ਵਿੱਚ ਕੀ ਹੈ? ਸਾਧ ਸੰਗਤ ਥੋੜਾ ਧਿਆਨ ਦਿਆ ਜੇ। ਅੱਜ ਦੇ ਸ਼ਬਦ ਦਾ ਜੋ ਸੈਂਟਰਲ ਆਈਡੀਆ, ਵਰਨ ਆਸ਼ਰਮ ਹੈ ਔਰ ਕਰਮਕਾਂਡ। 4 ਹਿੰਦੂਆਂ ਵਿੱਚ ਸਨਾਤਨ ਮਤ ਚ ਵਰਨ ਨੇ ਤੇ 4 ਆਸ਼ਰਮ ਤੇ ਕਰਮਕਾਂਡਾਂ ਦਾ ਤੇ ਕੋਈ ਅੰਤ ਨਹੀਂ। ਕਰਮਕਾਂਡ ਨਾਮ ਦਾ ਇੱਕ ਗ੍ਰੰਥ ਹੈ, ਬਰੀਕ 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 ਇਹਨਾਂ ਕੁਝ ਲਿਖਿਆ ਵੀ ਮਨੁੱਖ ਦਾ ਭੇਜਾ ਖਰਾਬ ਹੋ ਜਾਂਦਾ। ਬਹੁਤ ਵਾਰੀ ਅਸੀਂ ਤੇ ਗੱਲਾਂ ਕਰਨੇ ਆ ਵੀ ਉਹਦੀ ਜਿਲਦ ਵੀ ਨਹੀਂ ਬਾਹਰੋਂ ਵੇਖੀ ਹੁੰਦੀ, ਤੇ ਕਰਮਕਾਂਡ ਕਰੀ ਜਾਾਂਗੇ। ਸਿਧਾਂਤ ਹੋਣਾ ਚਾਹੀਦਾ, ਸਿਧਾਂਤ ਏਦਾਂ ਹੋਣਾ ਚਾਹੀਦਾ, ਤੇ ਕਰਮਕਾਂਡ ਗ੍ਰੰਥ ਨੂੰ ਬਾਹਰੋਂ ਵੀ ਨਹੀਂ ਵੇਖਿਆ ਹੁੰਦਾ ਵੀ ਹੈ ਕਿਸ ਤਰ੍ਹਾਂ। ਕਿਸੇ ਵੀ ਚੀਜ਼ ਬਾਰੇ ਤੁਸੀਂ ਬੋਲਣਾ ਹੈ ਤੇ ਤੁਹਾਨੂੰ ਉਹਦੀ ਬਹੁਤੀ ਨਹੀਂ ਤੇ ਥੋੜੀ ਜਾਣਕਾਰੀ ਤੇ ਹੋਵੇ ਨਾ, ਹੋਰ ਕੁਝ ਨਹੀਂ। ਉਹਦਾ ਇੰਡੈਕਸ ਹੀ ਦੇਖ ਲਓ ਵੀ ਇਹਦੇ ਵਿੱਚ, ਤਤਕਰਾ ਹੀ ਵੇਖ ਲਓ ਵੀ ਇਹਦੇ ਵਿੱਚ ਹੈ ਕੀ। ਹੁਣ ਮੈਂ ਥੋੜੀ ਜਿਹੀ ਬੇਨਤੀ ਕਰਾਂਗਾ ਵੀ ਉਹਦੇ ਵਿੱਚ ਕੀ ਹੈ। ਮੈਨੂੰ ਕਿਸੇ ਪੰਡਤ ਕੋਲ, ਕਿਸੇ ਜੋਤਿਸ਼ ਕੋਲ ਪਿਆ ਹੋਇਆ ਮਿਲਿਆ, ਮੈਂ ਪਕੜ ਕੇ ਉਹਦੇ ਬੈਠਿਆਂ ਮੈਂ ਉਹਨੂੰ ਥੋੜਾ ਜਿਹਾ ਖੋਲ ਕੇ ਵੇਖਿਆ, ਹੈਰਾਨੀ ਹੋ ਗਈ। ਬੁੱਧਵਾਰ ਨੂੰ ਯੈਲੋ ਕਲਰ ਦੀ ਚੀਜ਼ ਦਾਨ ਕਰਨੀ, ਫਾਇਦਾ ਹੋਵੇਗਾ। ਪਰ ਜੇ ਉਹੀ ਚੀਜ਼ ਮੰਗਲਵਾਰ ਨੂੰ ਜਾਂ ਵੀਰਵਾਰ ਨੂੰ ਕਰ ਲਈ, ਉਲਟਾ ਨੁਕਸਾਨ ਹੋਵੇਗਾ। ਹੁਣ ਉਹਨੂੰ ਪੜ੍ਹ ਕੇ ਤੇ ਬੰਦਾ ਇਹ ਸੋਚਦਾ ਹੈ ਵੀ ਸਾਰੀ ਜ਼ਿੰਦਗੀ ਹੋਰ ਕੋਈ ਕੰਮ ਹੀ ਨਾ ਹੋਵੇ, ਇਹਨੂੰ ਹੀ ਪੜ੍ਹੀ ਜਾਏ ਤੇ ਚੇਤਾ ਕਰੀ ਜਾਏ ਕਿਹੜੇ ਵਾਰ ਕੀ ਕਰਨਾ, ਕਿੰਨੇ ਵਜੇ ਕੀ ਕਰਨਾ ਤੇ ਕੀ। ਸਾਨੂੰ ਸਤਿਗੁਰੂ ਨੇ ਇਹਨਾਂ ਚੀਜ਼ਾਂ ਤੋਂ ਆਜ਼ਾਦ ਕਰ ਦਿੱਤਾ। ਮੇਰੇ ਸਿੱਖ ਨੇ ਵਹਿਮ ਭਰਮ ਨਹੀਂ ਕਰਨਾ। ਮੈਂ ਤੇ ਇਹ ਮਹਿਸੂਸ ਕੀਤਾ ਵੀ ਉਹਨਾਂ ਨੂੰ ਤੁਸੀਂ ਫੋਲੋ ਕਰ ਹੀ ਨਹੀਂ ਸਕਦੇ। ਤੁਸੀਂ ਇਲੈਕਟ੍ਰੋਨਿਕ ਮੀਡੀਆ ਤੇ ਜੋਤਸ਼ੀਆਂ ਦੀ ਰਾਏ ਸੁਣੀ ਹੈ? ਇੱਕ ਚਾਂਦੀ ਦੀ ਫਲਾਣੀ ਚੀਜ਼ ਲੈ ਲਓ, ਉਹਦੇ ਸੋਨੇ ਦਾ ਚਮਚ। ਹੁਣ ਗਰੀਬ ਬੰਦਾ ਕਿੱਥੋਂ ਚਾਂਦੀ ਦਾ ਬਰਤਨ ਲਿਆਵੇ ਤੇ ਸੋਨੇ ਦਾ ਚਮਚ ਲੈ, ਫੇਰ ਉਹ ਉਪਾਅ ਹੋਣਾ। 5 ਲੌਂਗ ਲੈ ਲਓ ਜੀ, 2 ਵੱਡੀਆਂ ਲਾਚੀਆਂ, ਫਲਾਣਾ ਲੈ ਲਓ ਜੀ, ਇੱਕ ਫਲਾਣੇ ਰੰਗ ਦਾ ਕੱਪੜਾ ਲੈ ਲਓ ਜੀ, ਮੌੜੀ ਲੈ ਲਓ ਜੀ। ਹੁਣ ਗਰੀਬ ਬੰਦਾ ਇੰਨੀਆਂ ਚੀਜ਼ਾਂ ਬਾਜ਼ਾਰ ਵਿੱਚੋਂ ਲਿਆਵੇਗਾ ਕਿੱਥੇ? ਲਿਹਾਜ਼ਾ
आ जाओ गुरु ग्रंथ साहब की शरण विच, तुहानू ये सब कुछ करने की लोड़ नहीं और सारे कारज सारे वहम भरम सुपड़ा साफ कुछ नहीं करना। तुसी सिर्फ वैगुरु वैगुरु बहिंदियां उठदियां बह के करना, बह के कर लो, नहीं तो उठत बैठत सोवत ध्याइए मार्ग चलत हरे हर गाई। मैं एक दिन बेनती की सी भी है की है तो वहम ना। रामचंद्र वर्गे पैगंबर का विआह है, वशिष्ठ वर्गा ऋषि सीता दी ते रामचंद्र की कुंडली मिलाता है। ध्यान दिया जी, वशिष्ठ वर्गा महापुरुष सीता दी ते रामचंद्र की कुंडली मिला के जनक नूं ते दशरथ नूं कहंदा भी महाराज कुंडली 100% मैच कर गई। तो सारी उम्र जंगलों में भटकते फिरे, की कर दियां ने तुहाडीआं कुंडलियां? इदों वड्डा कोई तुहानूं प्रमाण चाहिदा प्यारिओ? कुछ नहीं, सिर्फ बेवकूफ बनाते, सिर्फ वहम ने भरम ने। ये कुंडलियां कंडलियां कुछ नहीं करदियां, सियाणप तो काम लैना भी बेटी बेटे का ब्याह करने तो पहला निठ के बैठ के और बिल्कुल फ्रैंकली गल्लां बातां कर, झूठ ना बोलीए। असीं उहदे विच साडी माली हालत की है, साडे तो तुसीं की उम्मीद कर सकते हो, असीं तुहाडे तो की उम्मीद करने आ। जे वो सारियां खुल के गल्लां बातां हो जाण और साडी नीयत ठीक होवे ते कोई दिक्कत नहीं आउंदी। मन करके शरीर करके बच्ची बच्चा विआह दे काबिल, कई बार उम्र 20 साल की होंदी है, बच्चा तुहाडा 12 साल का ही होंदा। मैनूं क्षमा करना, बच्चे की उम्र 20 साल की होंदी है पर बच्चे की एक्चुअल मैच्योरिटी सिर्फ 12 साल की। और कई बार बच्चा तुहाडा 14-15 साल का होंदा, मैच्योरिटी उसकी 22 साल वर्गी हो जाती, ये भी वेखण च आया। तो ये मां प्यो ने परखना है भी मेरी औलाद जिहड़ी है उसकी मानसिक दशा की है। शरीरक पक्षों वो ब्याह के काबिल है, रिश्ट पुष्ट है, मानसिक पक्षों ठीक है। ये ज्योतिष ज्यातिष कुछ नहीं करते, वहम ने। आप ही तुहानू अपने दिमाग से प्रैशर पाना पवेगा, दिमाग खुरचना पवेगा, बन जाती है। हुण हजूर फरमान कर रहे ने, वेद की पुत्री सिमरत भाई, वेदां दी धी सिमरती, यानी वेदां दे आधार दे उत्ते लिखे हुए ग्रंथ सिमरतियां। दो चीज़ां नाल लैके आए, किहड़ियां किहड़ियां? एक वर्ण आश्रम ते एक कर्मकांड। 4 वर्ण ने, 4 आश्रम ने, ते कर्मकांडां दा ते कोई अंत ही नहीं। 4 वर्ण किहड़े ने ते 4 आश्रम किहड़े ने? 4 वर्ण ने साध संगत, ब्राह्मण, खत्री, वैश्य ते सूर। हुण जिहड़ा ब्राह्मण है ਉਹਦਾ ਜਿਹੜਾ पुत्र है वह भी ब्राह्मण। सिमरती का यह मतलब है भाई ये पोस्ट रिजर्व हो गई। एक शूद्र का बच्चा मैला सुटता है, भावें वो कितना ही इंटैलीजेंट है, वो मैला ही सुटेगा। पर एक ब्राह्मण का बच्चा महा बेवकूफ है तो वह ब्राह्मण पुणे करेगा। ये सिमरतियां के विधान सन जिन्होंने उलंघना करनी तो दूर की गल है, कोई चूं भी नहीं सी कर सकता उन्होंने जमानिया। ब्राह्मण सब तो उत्तम है। हुण तुसीं वेखो ना प्यारिओ, अज की तरीक तुसीं वेखो, कोई जरूरी है भी एक डॉक्टर का बच्चा डॉक्टर ही बने? आम तौर पर डॉक्टर पढ़िया लिखिया सियाणा है, वो बच्चों को हैंडल कर लेगा। पर कदी कदी वेखण चाहुंदा है बई चंगे चंगे अफसरां दे बच्चे भी नलायक निकल जाते, फिर उन्होंने कोई डॉक्टर तो नहीं ना बनाता। एक पायलट है तो हुण ये कोई जरूरी तो नहीं भी वह बच्चा जे प्लेन नूं हैंडल नहीं कर सकता तो इहनूं बिठाओ जी इसकी सीट पर, भावें नाल 200 यात्रियों का भी सत्यानाश करता, ये तो तुसीं बर्दाश्त नहीं ना करोगे। पर मनु सिमरती कहती तुहानूं इदां करना पे। ब्राह्मण का पुत्र ब्राह्मण ही करेगा, छत्री का पुत्र छत्री है, चाहे वो गुण है चाहे नहीं, उन्होंने चाहे डांग भी फड़नी ना आवे, कृपाण की तो गल ही छड्डो। तो 4 इन्होंने वर्ण बना दिते, 4 आश्रम बना दिते। 4 वर्ण की ने? ब्राह्मण, क्षत्रिय, वैश्य ते शूद्र। ब्राह्मण धार्मिक ग्रंथ पढ़ेगा, क्षत्रिय लड़न भिड़न का काम करेगा, वैश्य व्यापार करेगा, दुकानदारी करेगा, होर खेती करेगा। ते जिहड़ा शूद्र है उसकी यह दुर्दशा सी भी बाकी जिहड़े 3 वर्ग ने तू उन्हां दी सेवा करे और बदले में तेन जो उन्हां दा दिल करे देण, कोई कंडीशन नहीं कि भी इन्हें देने ही पैणे। ये नियम बना दिता। हुण ठीक है भी जे एक डॉक्टर का बच्चा इंटैलीजेंट है,
ਟੈਸਟ ਕਲੀਅਰ ਕਰ ਗਿਆ ਡਾਕਟਰ ਬਣ ਜਾਏ, ਪਰ ਜੇ ਉਹ ਕਾਬਲ ਨਹੀਂ ਤੇ ਉਹ ਲੋਕਾਂ ਨੂੰ ਮਾਰੇਗਾ। ਹੁਣ ਤੁਸੀਂ ਸੁਣੀ ਹੈ ਨਾ ਉਹ ਕਥਾ ਵੀ ਬ੍ਰਾਹਮਣ ਅਨਪੜ੍ਹ ਸੀ, ਲੋਕੀ ਉਹਨਾਂ ਦਿਨਾਂ 'ਚ ਤਰੀਕਾ ਪੁੱਛਦੇ ਸਨ ਬ੍ਰਾਹਮਣਾਂ ਨੂੰ, ਅੱਜ ਕਿੰਨੀ ਤਰੀਕ ਹੈ, ਵਾਰ ਕੀ ਹੈ। ਉਹਨੇ ਕੀ ਕੀਤਾ ਵੀ ਬੱਕਰੀ ਦੀਆਂ ਮੇਂਗਣਾ ਰੱਖੀਆਂ ਸਨ, ਇੱਕ ਕੁੱਜੀ ਰੱਖੀ ਸੀ ਖਾਲੀ, ਇੱਕ ਉਹ ਰੱਖੀਆਂ ਸਨ। ਉਹਨੇ ਮਹੀਨੇ ਦੀ ਪਹਿਲੀ ਤਰੀਕ ਸੰਗਰਾਂਦ ਵਾਲੇ ਦਿਨ ਇੱਕ ਮੇਂਗਣ ਪਾ ਦੇਣੀ, ਦੂਜੇ ਦਿਨ ਇੱਕ ਹੋਰ ਪਾ ਦੇਣੀ। ਜਦੋਂ ਕਿਸੇ ਤਰੀਕ ਪੁੱਛਣੀ ਉਹਨੇ ਜਾ ਕੇ ਮੇਂਗਣਾ ਗਿਣ ਲੈਣੀਆਂ ਤੇ ਬਾਹਰ ਆ ਕੇ ਦੱਸਣਾ ਵੀ ਅੱਜ ਇੰਨੀ ਤਰੀਕ ਹੈ। ਉਹ ਕਿਤੇ ਕੋਈ ਬੱਚਾ ਖੇਡਦਾ ਸੀ, ਉਹਨੇ ਮੇਂਗਣਾ ਸਾਰੀਆਂ ਚੁੱਕ ਕੇ ਵਿੱਚ ਪਾ ਦਿੱਤੀ। ਉਹ ਕੋਈ ਜਜਮਾਨ ਆਇਆ, ਆਖਣ ਲੱਗਾ ਪੰਡਤ ਜੀ ਅੱਜ ਤਰੀਕ ਕਿੰਨੀ ਹੈ? ਉਹ ਕਹਿਣ ਲੱਗਾ ਵੀ ਮੈਂ ਜੰਤਰੀ ਵੇਖ ਕੇ ਦੱਸਣਾ। ਜੰਤਰੀ ਤੋਂ ਉਹਦੀ ਕੁੱਜੀ ਸੀ। ਅੰਦਰ ਜਾ ਕੇ ਜਿਉਂ ਗਿਣ ਲੱਗਾ ਉਹ ਆਂਦਾ ਮਹਾਰਾਜ ਦੱਸੋ ਢੇਰ ਬੜੀ ਹੋ ਗਈ ਹੈ। ਉਹ ਆਂਦਾ ਆਉਂਦਾ ਵਾ ਤਰੀਕ ਹੀ ਬਹੁਤ ਜ਼ਿਆਦਾ ਹੋ ਗਈ, ਹੁਣ ਮੈਂ ਕੀ ਕਰਾਂ। ਹੁਣ ਜਿੰਨੀਆਂ ਮੇਂਗਣਾ ਸਨ ਸਾਰੀਆਂ ਗਿਣ ਕੇ ਉਹਨੇ ਦੱਸਣਾ ਸੀ। ਜੇ 100 ਹੋ ਜਾਂਦੀਆਂ ਤੇ ਉਹਨੇ ਮੂਰਖ ਨੇ ਕਹਿਣਾ ਸੀ ਅੱਜ 100 ਤਰੀਕ ਹੋ ਗਈ। ਇਹ ਪੈਰਾਮੀਟਰ ਗਲਤ ਹੈ। ਔਰ ਮਨੂ ਸਿਮਰਤੀ ਨੇ ਇਹੋ ਕੁਛ ਬਣਾਇਆ। ਇੱਕ ਜ਼ਮਾਨਾ ਸੀ ਹਿੰਦੁਸਤਾਨ ਦੀ ਸਰਜ਼ਮੀਨ ਦੇ ਉੱਤੇ ਬੜੀ ਦੁਰਦਸ਼ਾ ਸੀ ਲੋਕਾਂ ਦੀ, ਜੀਂਦੇ ਜੀ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਸੀ। ਤੁਸੀਂ ਤੇ ਸੋਚ ਵੀ ਨਹੀਂ ਸਕਦੇ। ਅੱਜ ਵੀ ਤੁਸੀਂ ਵੇਖੋ ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਵਾਸਤੇ 2 ਰਸਤੇ ਬਰਾਬਰ ਕੀ ਤੋਂ ਜੀ। ਮੈਂ ਜਿਸ ਨਗਰ ਦਾ ਜਪ ਪਾਲਾ ਨਾਨਕੇ ਪਿੰਡ ਦਾ, ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਦੇ 2 ਰਸਤੇ। ਬੜੇ ਹੈਰਾਨ ਹੋਣਾ ਵੀ ਇਹਨੂੰ ਜੀ ਆਪਾਂ ਵਾਹ ਦੀ, ਉਹ ਕਹਿੰਦੇ ਕਿੱਦਾਂ ਵਾਹ ਦੀ, ਇਹ ਕਾਗਜ਼ਾਂ ਤੇ ਨਕਸ਼ੇ ਤੇ ਛਜਲੇ ਦੇ ਵਿੱਚ ਵਾਹ ਨਹੀਂ ਸਕਦੇ। ਉਹ ਬਾਅਦ ਵਿੱਚ ਦਿਮਾਗ ਨੇ ਕੰਮ ਕੀਤਾ ਵੀ ਬ੍ਰਾਹਮਣਾਂ ਦਾ ਆਪਣਾ ਸੀ, ਸ਼ੂਦਰਾਂ ਦਾ ਆਪਣਾ। ਸਿਰਫ 4 ਕਿੱਲਿਆਂ ਦੀ ਵਿੱਥ ਦੇ ਉੱਤੇ ਬਰਾਬਰ 2 ਰਸਤੇ ਜਾ ਰਹੇ। ਬਈ ਤੂੰ ਸਾਡੇ ਰਸਤੇ ਤੇ ਨਹੀਂ ਤੁਰ ਸਕਦਾ, ਤੇਰਾ ਪਰਛਾਵਾਂ ਨਹੀਂ ਸਾਡੇ ਤੇ ਪੈਣਾ ਚਾਹੀਦਾ, ਤੇਰੇ ਵੱਲੋਂ ਹਵਾ ਛੂ ਕੇ ਸਾਡੇ ਵੱਲ ਨਹੀਂ ਆਉਣੀ ਚਾਹੀਦੀ, ਅਸੀਂ ਭਿੱਟੇ ਜਾਣ। ਇਹ ਵੀ ਜ਼ਮਾਨਾ ਸੀ ਹਿੰਦੁਸਤਾਨ ਦੀ ਸਰਜ਼ਮੀਨ ਤੇ। ਔਰ ਮੈਂ ਹੋਰ ਅਰਜ਼ ਕਰਾਂ, ਇਹ ਜਿਹੜਾ ਛੂਤ ਛਾਤ ਹੈ, ਇਹਨੂੰ ਜਦੋਂ ਤੁਸੀਂ ਐਨਾਲਿਸਿਸ ਕਰੋ ਤੇ ਸਭ ਤੋਂ ਘੱਟ ਭਾਰਤ ਵਰਸ਼ ਦੇ ਵਿੱਚ ਸਭ ਤੋਂ ਘੱਟ ਜੇ ਛੂਤ ਛਾਤ ਕਿਤੇ ਹੈ ਤੇ ਉਹ ਪੰਜਾਬ ਵਿੱਚ। ਪੰਜਾਬ ਨੂੰ ਛੱਡ ਕੇ ਤੁਹਾਨੂੰ ਮੈਂ ਐਸੀਆਂ ਜਗ੍ਹਾ ਅਜੇ ਵੀ ਦਿਖਾ ਸਕਦਾ ਜਿੱਥੇ ਅੱਜ ਵੀ ਸਿਮਰਤੀ ਮਨੂ ਸਿਮਰਤੀ 50% ਲਾਗੂ। ਔਰ ਇੱਥੇ ਘੱਟ ਕਿਉਂ ਹੋਈ ਹੈ ਤੁਹਾਨੂੰ ਪਤਾ? ਹਰ ਸਰਕਾਰ ਦਾ ਬਜਟ ਹੁੰਦਾ ਇਹਨਾਂ ਚੀਜ਼ਾਂ ਨੂੰ ਘਟਾਉਣ ਵਾਸਤੇ। 100 ਕਰੋੜ ਦਾ ਬਜਟ ਹੈ, ਸੈਂਟਰ ਗਵਰਨਮੈਂਟ ਦਾ ਤੇ ਹਜ਼ਾਰਾਂ ਕਰੋੜਾਂ ਦੇ ਵਿੱਚ ਬਜਟ ਹੁੰਦਾ। ਹੁਣ ਉਹ ਕਰਦੇ ਕੀ ਨੇ? ਮੈਂ ਪਤਾ ਕੀਤਾ ਉਹ ਕਰਦੇ ਕੀ ਨੇ ਵੀ ਅਨਟਚੇਬਿलिटी इज ए क्राइम अगेंस्ट गॉड एंड मैनकाइंड। अस्पृश्यता ईश्वर तथा मानवता के प्रति महात्मा गांधी का सेंटेंस है। आए साल नवे सिरों ब्रश नाल ਉਹਦੇ ਤੇ ਰੰਗ ਭਰਦੇ। ਤੁਸੀਂ ਸੂਚਨਾ ਅਧਿਕਾਰ ਨਿਯਮ ਤਹਿਤ ਐਪਲੀਕੇਸ਼ਨ ਦਿਓ, ਕਈ 100 ਜਾਂ 1000 ਕਰੋੜ ਦਾ ਬਜਟ ਹੋਵੇਗਾ ਇਹਨਾਂ ਚੀਜ਼ਾਂ ਨੂੰ ਪ੍ਰਚਾਰ ਲਈ ਵੀ ਛੂਤ ਛਾਤ ਖਤਮ ਹੋਈ ਹੈ? ਨਹੀਂ ਹੋਈ। ਪੰਜਾਬ ਚ ਹੋਈ ਹੈ। ਕਿਵੇਂ ਹੋਈ ਹੈ? ਸਰਕਾਰਾਂ ਕਰਕੇ ਨਹੀਂ, ਉਹ ਗੁਰਦੁਆਰਿਆਂ ਕਰਕੇ। ਗੁਰਦੁਆਰਿਆਂ ਦੇ ਵਿੱਚ ਜਿਹੜਾ ਪ੍ਰਚਾਰ ਹੋਇਆ ਔਰ ਇੰਪਲੀਮੈਂਟ ਕੀਤਾ, ਜਾਓ ਦਰਬਾਰ ਸਾਹਿਬ ਇਸ਼ਨਾਨ ਕਰੋ, ਬਈ ਕੋਈ ਬ੍ਰਾਹਮਣ ਹੈ, ਛਤਰੀ ਹੈ, ਵੈਸ ਹੈ, ਸੂਦ ਹੈ, ਭਾਈ ਇਸੇ ਸਰੋਵਰ ਵਿੱਚ ਨਹਾਉਣਾ। ਲੰਗਰ ਛਕਣਾ ਭਾਈ ਪੰਗਤ ਵਿੱਚ ਬੈਠੋ, ਛਕਣਾ ਛਕੋ, ਨਹੀਂ ਛਕਣਾ ਨਾ ਛਕੋ, ਸਾਰਿਆਂ ਦੇ ਵਿੱਚ ਬਹਿਣਾ ਪਏਗਾ। ਤੁਹਾਡਾ ਪਾਣੀ ਇੱਕ, ਤੁਹਾਡੀ ਬਾਣੀ ਇੱਕ, ਤੁਹਾਡੀ ਸੰਗਤ ਇੱਕ, ਤੁਹਾਡੀ ਪੰਗਤ ਇੱਕ, ਤੁਹਾਡੇ ਲਈ ਹਸਪੀਟਲ ਇੱਕੋ ਹੀ। ਜਾਓ ਤੋਂ ਦੁਆ ਦਾਰੂ ਲਵੋ। ਸਰਕਾਰਾਂ ਕਰਕੇ ਨਹੀਂ ਖਤਮ ਹੋਇਆ, ਇਹ ਗੁਰਦੁਆਰਿਆਂ ਕਰਕੇ ਖਤਮ। ਔਰ ਖਾਸ ਕਰਕੇ ਜਦੋਂ ਮਿਸ਼ਨ ਦੀ ਲਹਿਰ ਆਈ, ਸਿੰਘ ਸਭਾ ਲਹਿਰ ਵਿੱਚੋਂ ਮਿਸ਼ਨ ਦੀ ਲਹਿਰ ਨਿਕਲੀ, ਔਰ ਫਿਰ ਇਸ ਲਹਿਰ ਦੇ ਨਾਲ ਕਮ ਸੇ ਕਮ ਛੂਤ ਛਾਤ ਦੇ ਵਿੱਚ ਬਹੁਤ 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 ਵੱਡੀ ਕਮੀ ਹੈ। ਬੜਾ ਪ੍ਰਚੰਡ ਕੀਤਾ ਗਿਆ ਇਹਨਾਂ ਚੀਜ਼ਾਂ ਨੂੰ ਬਈ ਇਨਸਾਨ ਇਨਸਾਨ ਹੈ, ਇਹ ਸਾਡੇ ਆਪਣੇ ਬਣਾਏ ਹੋਏ ਸਾਰੀ। ਇਹਨੇ ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਹੈ ਆਈ। ਵੇਦਾਂ ਦੇ ਆਧਾਰ ਤੇ ਜਿਹੜੀਆਂ ਸਿਮਰਤੀਆਂ ਬਣੀਆਂ ਨੇ, ਆਪਣੇ ਹੀ ਫੋਲੋਅਰਸ ਨੂੰ ਬੰਨਣ ਵਾਸਤੇ ਸੰਗਲ ਤੇ ਰੱਸੀਆਂ ਲੈ ਕੇ ਆ ਗਏ। ਉਹਨਾਂ ਨੂੰ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਜਕੜ ਦਿੱਤਾ, ਸੰਗਲਾਂ ਵਿੱਚ ਜਕੜ ਦਿੱਤਾ, ਰੱਸੀਆਂ ਵਿੱਚ ਜਕੜ ਦਿੱਤਾ। ਤੂੰ ਬ੍ਰਾਹਮਣ ਹੈ, ਤੂੰ ਖੱਤਰੀ ਹੈ, ਤੂੰ ਵੈਸ ਹੈ, ਤੂੰ ਸੂਦ ਹੈ। ਫਿਰ 4 ਆਸ਼ਰਮ ਬਣਾਏ। ਕਿਹੜੇ ਕਿਹੜੇ? ਉਹਦੇ ਵਿੱਚ ਬ੍ਰਹਮਚਰਜ ਆਸ਼ਰਮ, ਗ੍ਰਸਥ ਆਸ਼ਰਮ, ਬਾਣਪ੍ਰਸਥ ਆਸ਼ਰਮ ਤੇ ਸੰਨਿਆਸ। 1 ਸਾਲ ਤੋਂ ਲੈ ਕੇ 25 ਸਾਲ ਤੱਕ ਬ੍ਰਹਮਚਰਜ ਆਸ਼ਰਮ, 25 ਸਾਲ ਤੱਕ ਸ਼ਾਦੀ ਨਹੀਂ ਕਰਨੀ, ਬ੍ਰਹਮਚਰਜ ਰਹਿਣਾ ਹੈ, ਵਿਦਿਆ ਹਾਸਲ ਕਰਨੀ ਹੈ।
ਔਰ 25 ਤੋਂ 50 ਸਾਲ ਤੱਕ ਦੀ ਜਿਹੜੀ ਉਮਰ ਹੈ ਗ੍ਰਸਥ ਆਸ਼ਰਮ, ਸ਼ਾਦੀ ਕਰਨੀ ਹੈ, ਗ੍ਰਸਥ ਵਿੱਚ ਰਹਿਣਾ, ਜ਼ਿੰਮੇਵਾਰੀਆਂ ਨਿਭਾਉਣੀਆਂ। ਫਿਰ 25 ਤੋਂ 75 ਬਾਣਪ੍ਰਸਥ, ਵਿਦਿਆ ਜਿਹੜੀ ਪੜ੍ਹੀ ਹੈ ਹੁਣ ਉਹ ਦੂਜਿਆਂ ਨੂੰ ਵੰਡਣੀ ਹੈ, ਪੜ੍ਹਾਉਣਾ। ਤੇ 75 ਤੋਂ 100 ਸਾਲ ਤੋਂ ਸੰਨਿਆਸੀ ਬਣਦਾ। ਹੁਣ ਸਮੱਸਿਆ ਦੇ 'ਚ ਇਹ ਹੈ ਬਈ ਇਹ ਭਰੋਸਾ ਕੀ ਹੈ ਵੀ ਅਸੀਂ 100 ਸਾਲ ਜੀਵਾਂਗੇ ਕਿ ਨਹੀਂ। ਇਹਨੂੰ ਤਾਂ ਅਸੀਂ ਤਾਂ ਫੋਲੋ ਕਰ ਸਕਦੇ ਹਾਂ ਜੇ 100 ਸਾਲ ਦੀ ਗਰੰਟੀ ਹੋਵੇ। ਗਰੰਟੀ ਤੇ ਇੱਕ ਪਲ ਦੀ ਨਹੀਂ। ਸੋ ਇਸ ਵਾਸਤੇ ਉਹ ਇਹਨਾਂ ਦਾ ਜਿਹੜਾ ਵਰਨ ਆਸ਼ਰਮ ਹੈ ਉਹ ਵੀ ਫੇਲ ਹੋ ਗਿਆ। ਔਰ ਫਿਰ ਉਸ ਤੋਂ ਅੱਗੇ ਪ੍ਰਾਰੰਭ ਹੁੰਦਾ ਕਰਮ ਕਾਂਡ, ਉਹਨਾਂ ਦਾ ਕੋਈ ਅੰਤ ਨਹੀਂ। ਮਹਾਰਾਜ ਨੇ ਸਾਨੂੰ ਸੰਖੇਪ ਚ ਬਾਣੀ ਚ ਇੰਨਾ ਹੀ ਕਿਹਾ ਵੀ ਇਹ ਕਰਮ ਕਾਂਡ ਨਹੀਂ ਕਰਨੇ, ਸੰਗਤ ਵਿੱਚ ਜੁੜ ਕੇ ਨਾਮ ਜਪ। ਇੱਕ ਪੂਰੀ ਅਸ਼ਟਪਦੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਵੀ ਆਉਂਦਾ ਹੈ, ਤੁਹਾਨੂੰ ਸਾਰਿਆਂ ਨੂੰ ਕਰੀਬ ਕਰੀਬ ਜ਼ੁਬਾਨੀ ਜਾਂ ਤੇ ਕੰਠੇ ਜਾਂ ਉਹਨੂੰ ਪੜ੍ਹੀਏ ਤੇ ਨਾਲ ਨਾਲ ਅਗਲੀ ਪੰਕਤੀ ਔੜਦੀ ਜਾਂਦੀ, ਕਿਉਂਕਿ ਕਈ ਵਾਰ ਇਹਨੂੰ ਸਰਵਣ ਕੀਤੀ ਹੋਈ। ਹਜ਼ੂਰ ਕਹਿੰਦੇ ਨੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧਿਕ ਅਹਮ ਬੁੱਧ ਬਾਂਧੇ। ਪਾਠ ਕਰਨਾ ਚੰਗੀ ਗੱਲ ਹੈ, ਪਰ ਪਾਠ ਕਰਮ ਕਾਂਡ ਬਣ ਗਿਆ। ਇਹਨੂੰ 21 ਵਾਰਾਂ ਕਰਨਾ, ਇਹਨੂੰ 52 ਵਾਰੀ ਕਰਨਾ, ਇਹਨੂੰ 101 ਵਾਰੀ ਕਰਨਾ ਨਹੀਂ। ਇੱਕ ਵਾਰਾਂ ਕਰ, ਅੱਖਾਂ ਤੇ ਕੰਨ ਖੋਲ ਕੇ ਕਰ, ਉਹਨੂੰ ਸਮਝ ਉਹਦੇ ਚ ਮੀਨਿੰਗ ਕੀ ਹੈ। ਹੁਣ ਤੁਸੀਂ ਦਿੱਲੀ ਜਾਣਾ ਹੈ ਤੇ ਤੁਸੀਂ ਸਾਈਨ ਬੋਰਡ ਨੂੰ 52 ਵਾਰੀ ਪੜ੍ਹ ਕੇ ਤੇ ਵਾਪਸ ਘਰ ਆ ਜਾਓ, ਉੱਪੜ ਜਾਓਗੇ। ਸਾਈਨ ਬੋਰਡ ਨੂੰ 101 ਵਾਰੀ ਪੜ੍ਹ ਲਓ, ਛੱਡੋ ਜੀ ਇਹਨੂੰ। ਤੁਸੀਂ 10 ਬਾਈ 10 ਦਾ ਕਮਰਾ ਉਹ ਪਿੱਲਰ ਦੇ ਨਾਲ ਬਣਾ ਕੇ ਰਹਿਣ ਲੱਗ ਪਓ, ਦਿੱਲੀ ਪਹੁੰਚ ਜਾਓਗੇ। ਇੱਕ ਵਾਰ ਧਿਆਨ ਨਾਲ ਪੜ੍ਹ ਕੇ ਉਹਨੂੰ ਫੋਲੋ ਕਰ ਲਓ, ਤੁਸੀਂ ਦਿੱਲੀ ਪਹੁੰਚ ਜਾਓ। 101 ਵਾਰਾਂ ਪੜ੍ਹਿਆ ਦਿੱਲੀ ਨਹੀਂ ਕਿਸੇ ਨੇ ਪਹੁੰਚਣਾ। ਇਹ ਬਚਨ ਵੀ ਸਾਡਾ ਮਾਰਗਦਰਸ਼ਨ ਕਰਦੇ ਨੇ, ਤੁਰਨਾ ਆਪ ਨੂੰ ਹੀ ਪੈਂਦਾ ਪਿਆਰਿਓ। ਇਹ ਮੰਤਰ ਨਹੀਂ ਇਸ ਤਰ੍ਹਾਂ ਦੇ ਵੀ ਇਹਨਾਂ ਨੂੰ 21 ਵਾਰਾਂ ਪੜ੍ਹੋ, 52 ਵਾਰਾਂ ਪੜ੍ਹੋ, 101 ਵਾਰ ਪੜ੍ਹੋ, 1 ਲੱਖ ਪਾਠ ਮੇਰਾ ਮੰਤਰ ਹੋ ਗਿਆ ਜੀ। ਨਹੀਂ ਭਾਈ, ਇਹ ਮਾਰਗਦਰਸ਼ਨ ਹੈ, ਇਹ GPS ਹੈ। ਇਹਨੂੰ ਪੜ੍ਹਨਾ ਹੈ, ਇਹਨੂੰ ਅੰਡਰਸਟੂਡ ਕਰਨਾ ਹੈ ਔਰ ਫਿਰ ਇਹਨੂੰ ਫੋਲੋ ਕਰਨਾ ਹੈ, ਇੰਪਲੀਮੈਂਟ ਕਰਨਾ ਹੈ, ਅਮਲ ਕਾਇਮ ਕਰਨਾ। ਜੇ ਨਹੀਂ ਤੇ ਫਿਰ ਪਾਠ ਪੜ੍ਹਿਓ ਅਰ ਵੇਦ ਵਿਚਾਰੇ ਨਿਵਲ ਭੁਅੰਗਮ ਸਾਧੇ। ਨਿਉਲੀ ਕਰਮ ਵੀ ਕੀਤੇ, ਕੁੰਡਲਨੀ ਵੀ ਕੀਤੀ। ਹੁਣ ਰਾਮਦੇਵ ਇਹੋ ਕੁਛ ਹੀ ਕਰਾਂਦਾ ਨਾ। ਤੇ ਤੁਸੀਂ ਵੇਖਿਆ ਆਪਣੇ ਬਜ਼ੁਰਗਾਂ ਨੂੰ 100 ਸਾਲ ਦੀ ਉਮਰ ਭੋਗ ਗਿਆ, ਉਹਨਾਂ ਨੂੰ ਯੋਗਾ ਹੁੰਦਾ ਸੀ। ਉਹ ਭਾਈ ਕੁਛ ਕਰਨ ਦੀ ਲੋੜ ਨਹੀਂ, ਇਹਨਾਂ ਵਹਿਮਾਂ ਚ ਨਾ ਪਓ। ਛੂ ਛੂ ਕਰੀ ਜਾਂਦੇ ਨੇ, ਨੱਕ ਚੋਂ ਉਹ ਮੈਲ ਨਿਕਲੀ ਜਾਂਦੀ ਹੈ, ਕੋਲ ਰੁਮਾਲ ਰੱਖਿਆ ਹੁੰਦਾ ਹੈ ਜੀ। ਰਾਮਦੇਵ ਨੇ ਦੱਸਿਆ ਜੀ, ਉਹ ਪਿਆਰਿਓ ਲਾਈਫ ਸਟਾਈਲ ਬਦਲ ਗਿਆ ਹੈ, ਖੁਰਾਕਾਂ ਉਹ ਹੀ ਨੇ। ਹਲ ਬਾਣੇ ਛੱਡ ਦਿੱਤੇ, ਪੁੱਤਰਾ ਕਰਨਾ ਛੱਡ ਦਿੱਤਾ, ਗਾਵਾਂ ਮੱਝਾਂ ਚੋਣੀਆਂ ਛੱਡ ਦਿੱਤੀਆਂ, ਐਕਸਰਸਾਈਜ਼ ਘੱਟ ਗਈ, ਖੁਰਾਕ ਉਹ ਹੀ ਹੈ। ਬਿਮਾਰੀਆਂ ਦੀ ਇਹ ਵਜ੍ਹਾ। ਜਾਂ ਤੇ ਖੇਚਲ ਉਨੀ ਕਰ ਲਈਏ ਜਾਂ ਖੁਰਾਕ ਨੂੰ ਸੀਮਤ ਕਰ ਲਈਏ। ਔਰ ਮੈਡੀਕਲ ਸਾਇੰਸ ਵਾਲੇ ਕਹਿੰਦੇ ਨੇ ਵੀ ਜਿਹੜੀ ਸੈਰ ਹੈ ਨਾ, ਇਸ ਤੋਂ ਵੱਡਾ ਕੋਈ ਯੋਗਾ ਨਹੀਂ। ਤੁਸੀਂ 4 ਕਿਲੋਮੀਟਰ 5 ਰੋਜ਼ ਤੁਰਦੇ ਤੇ ਸਰੀਰ ਦੇ ਇੱਕ ਇੱਕ ਅੰਗ ਦੀ ਐਕਸਰਸਾਈਜ਼ ਹੁੰਦੀ। ਇਹ ਜਿਸ ਤਰ੍ਹਾਂ ਸਾਧ ਸੰਗਤ ਸਖੀ ਸਰਵਰੀਏ ਹੁੰਦੇ ਸਨ ਨਾ, ਹਿੰਦੂਆਂ ਨੂੰ ਪਹਿਲਾਂ ਸਖੀ ਸਰਵਰ ਬਣਾਉਂਦੇ ਸਨ ਤੇ ਫਿਰ ਉਹ ਮੁਸਲਮਾਨ ਬਣਾਉਂਦੇ। ਇਹ ਲਗਭਗ ਉਸ ਤਰਕ ਦੇ ਉੱਤੇ ਕੰਮ ਕਰ ਰਿਹਾ ਹੈ। ਪਹਿਲਾਂ ਉਹ ਯੋਗਾ, ਫਿਰ ਨਾਲ ਉਹ ਕਹਿੰਦਾ ਜੀ ਗਾਇਤਰੀ ਮੰਤਰ ਇਸ ਤਰ੍ਹਾਂ ਪੜ੍ਹੋ, ਫਲਾਣਾ ਮੰਤਰ ਇਸ ਤਰ੍ਹਾਂ ਪੜ੍ਹੋ। ਉਹ ਫਿਰ ਤੁਹਾਨੂੰ ਅੱਧੇ ਉਧਰ ਲੈ ਜਾਂਦਾ। ਔਰ ਜਦੋਂ ਲੋਹਾ ਗਰਮ ਹੁੰਦਾ ਉਦੋਂ ਬਦਾਨ ਮਾਰ ਕੇ ਫਿਰ ਸਾਰਾ ਹੀ। ਤੂੰ ਹੋਰ ਬੜੀਆਂ ਐਕਸਰਸਾਈਜ਼ ਨੇ ਜਿਹੜੀਆਂ ਰਾਮਦੇਵ ਕਹਿੰਦਾ ਉਹ ਥੋੜਾ ਕਰਨੀਆਂ। ਆ ਹੁਣ ਬੜੀਆਂ ਤੁਹਾਨੂੰ PT ਮਾਸਟਰ ਕਰਾਉਂਦੇ ਹੁੰਦੇ ਸਨ ਸਕੂਲ ਦੇ ਵਿੱਚ, ਸਾਨੂੰ ਸਾਰਿਆਂ ਨੂੰ ਯਾਦ ਹੋ ਗਈਆਂ। ਉਹਨਾਂ ਚੋਂ ਕੋਈ ਤੁਸੀਂ ਹਲਕੀ ਫੁਲਕੀ 5-7 ਮਿੰਟ ਐਕਸਰਸਾਈਜ਼ ਕਰ ਲਓ ਔਰ ਸਰੀਰ ਰਿਸ਼ਟ-ਪੁਸ਼ਟ ਰਹਿੰਦਾ। ਔਰ ਜੇ ਖਾਣ ਪਾਣ ਦੇ ਉੱਤੇ ਕੰਟਰੋਲ ਹੋ ਜਾਏ ਤੇ ਮੈਂ ਸਮਝਦਾ 2-4 ਕਿਲੋਮੀਟਰ ਸੈਰ ਹੋ ਜਾਏ ਤੇ ਰਾਮਦੇਵ ਫਾਮਦੇਵ ਦੀ ਕੋਈ ਸਾਨੂੰ ਜ਼ਰੂਰਤ ਹੀ ਨਹੀਂ। ਇਹ ਸਾਨੂੰ ਆਹਿਸਤਾ ਆਹਿਸਤਾ ਉਧਰ ਲਗਾਤੇ ਨਾ। ਔਰ ਮੈਂ ਪ੍ਰਚਾਰਕ ਹਾਂ, ਆਪਣੀ ਕੌਮ ਨੂੰ ਅਵੇਅਰ ਕਰਨਾ ਮੇਰਾ ਨੈਤਿਕ ਫਰਜ਼ ਹੈ। ਉਹ ਕਿਸੇ ਦੀ ਗੱਲ ਸਮਝ ਵਿੱਚ ਆਉਂਦੀ ਹੈ, ਕਿਸੇ ਦੀ ਸਮਝ ਨਹੀਂ ਵੀ ਆਉਂਦੀ, ਉਹ ਡਿਫਰੈਂਟ ਸਟੋਰੀ। ਪਰ ਭਾਈ ਅਸੀਂ ਤੇ ਹੋਕਾ ਦੇਣਾ ਹੈ। ਚੌਕੀਦਾਰ ਨੂੰ ਤੁਸੀਂ 10-10, 20-20 ਰੁਪਏ, 50-50 ਰੁਪਏ ਇਕੱਠੇ ਕਰਕੇ ਦਿੰਦੇ ਹੋ। ਭਾਈ ਜਦੋਂ ਅਸੀਂ ਥੱਕੇ ਮਾਂਦੇ ਸੁੱਤੇ ਹੋਈਏ ਤੂੰ ਜਾਗਦੇ ਰਹਿਣਾ। ਉਹ ਫਿਰ ਜਾਗਦਾ ਰਹਿੰਦਾ। ਇੱਕ ਦਿਨ ਕੋਠੀ ਵਾਲਾ ਨਿਕਲ ਕੇ ਬਾਹਰ ਕਹਿਣ ਲੱਗਾ ਤੂੰ ਗੇੜਾ ਨਹੀਂ ਮਾਰਦਾ। ਉਹ ਕਹਿੰਦਾ ਮੈਂ ਬਾਊ ਜੀ ਰੋਜ਼ ਗੇੜਾ ਮਾਰਦਾ ਹੂੰ। ਨਹੀਂ ਨਹੀਂ ਤੂੰ ਸੁੱਤਾ ਰਹਿਣਾ। ਉਹਦੀ ਕੋਠੀ ਕੋਲੋਂ ਲੰਘਣ ਲੱਗਾ ਵੀ ਦੱਬ ਕੇ ਡੰਡਾ ਜ਼ਮੀਨ ਤੇ ਮਾਰ। ਖੜਾਕ ਹੋਇਆ, ਜਾਗ ਆ ਗਈ।
वो बाहर निकलिया, कबख्ता मसा नींद आई सी, जगा दिता ही। वो कह लगा मैं की करा सरदार जी, जे डंडा ना खड़का तां भी गुस्से होंदे हो, जे खड़का ते तां भी गुस्से होंदे हो। भाई चौकीदार उन्होंने भुज ते डंडे मारने ने ताकि तुसीं जागदे रहो, सचेत रहो, चोर चोरी ना कर ले, तुहाडे पंथ रूपी घर नूं कोई संन ना ला ले, लुੱਟ ना ला लवे। क्योंकि जे ना मारीए फिर भी झिड़कां खाणियां पई, भाई तू काहदे लई बहिना स्टेज ते, तेरा सत्कार करने आ, सारिਆਂ ਤੋਂ ਉੱਚੀ ਥਾਂ ਤੇ ਸਤਿਕਾਰਤ ਥਾਂ ਤੇ ਤੈਨੂੰ ਬਿਠਾਣੇ ਆ। ਭਾਈ ਆਪਣੀ ਜ਼ਿੰਮੇਵਾਰੀ ਦਾ ਤੈਨੂੰ ਅਹਿਸਾਸ ਹੋਣਾ ਚਾਹੀਦਾ। ਕੌਮ ਨੂੰ ਜਿੱਥੋਂ ਜਿੱਥੋਂ ਖਤਰਾ ਹੈ, ਜਿੱਧਰੋਂ ਜਿੱਧਰੋਂ ਨੁਕਸਾਨ ਹੋਣ ਦੀ ਸੰਭਾਵਨਾ ਹੈ, ਭਾਈ ਕੌਮ ਨੂੰ ਅਵੇਅਰ ਕਰਿਆ ਕਰ। ਸਿਆਣੇ ਗੁਰਸਿੱਖ ਜਿਹੜੇ ਨੇ ਉਹ ਇਸ ਤਰ੍ਹਾਂ ਵੀ ਕਈ ਵਾਰ ਇਸ਼ਾਰਾ ਕਰ ਦਿੰਦੇ ਨੇ। ਸੋ ਭਾਈ ਇਹ ਵੇਦਾਂ ਦੇ ਆਧਾਰ ਤੇ ਬਣੀ ਹੋਈ ਸਿਮਰਤੀ ਨੇ ਆਪਣੇ ਹੀ ਪਰਿਵਾਰ ਨੂੰ, ਆਪਣੇ ਹੀ ਪੈਰੋਕਾਰਾਂ ਨੂੰ ਕਹਿ ਲਈਏ ਫਾਲੋਅਰ ਦੀ ਥਾਂ, ਆਪਣੇ ਹੀ ਪੈਰੋਕਾਰਾਂ ਨੂੰ ਸੰਗਲਾਂ ਨਾਲ ਤੇ ਰੱਸੀਆਂ ਨਾਲ ਬੰਨ੍ਹ ਦਿੱਤਾ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਂਧੇ। ਸਾਧ ਸੰਗਤ ਜੀ, ਅਧਿਕ ਕਹਿੰਦੇ ਹਿੰਦੀ ਚ ਜ਼ਿਆਦੇ ਨੇ। ਪਾਠ ਪੜ੍ਹਨਾ ਸੀ ਬਈ ਬੰਧਨ ਘਟ ਜਾਣ, ਵਿਚਾਰ ਕਰਨੀ ਸੀ ਵੇਦਾਂ ਦੀ, ਬੰਧਨ ਘਟ ਜਾਣ, ਹੋਰ ਕਰਮ ਕਰਨੇ ਸਨ ਵੀ ਮੁਕਤੀ ਦੇ ਨੇੜੇ ਅੱਪੜ ਜਾਈਏ, ਬੰਧਨ ਹਟ ਜਾ। ਪਰ ਮਹਾਰਾਜ ਕਹਿੰਦੇ ਨੇ ਉੱਤੇ ਅਧਿਕ ਹੋ ਗਏ, ਜ਼ਿਆਦੇ ਹੋ ਗਏ, ਅਹਮ ਬੁੱਧ ਹੰਕਾਰ ਵਾਲੀ ਬੁੱਧੀ ਵਿੱਚ ਬੰਨੇ ਗਏ। ਪਿਆਰੇ ਇਨ ਬਿਦ ਮਿਲਨ ਨਾ ਜਾਈ। ਇਹ ਉਪਰੋਕਤ ਜਿਹੜੇ ਕੰਮ ਕੀਤੇ ਨੇ, ਇਹਨਾਂ ਤਰੀਕਿਆਂ ਨਾਲ ਪ੍ਰਭੂ ਨੂੰ ਨਹੀਂ ਮਿਲਿਆ ਜਾ ਸਕਦਾ। ਫਿਰ ਕਿਵੇਂ ਮਿਲਿਆ ਜਾ ਸਕਦਾ ਜੀ? ਹਜ਼ੂਰ ਕਹਿੰਦੇ ਨੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਇਹ ਨਿਵਲ ਹੀ ਕਰਾਂਦਾ ਹੈ ਨਾ ਰਾਮਦੇਵ ਜਿਹੜਾ, ਕੋਈ ਅੰਗਮ ਕੁੰਡਲੀ ਕਰਾਂਦਾ ਹੈ। ਤੇ ਹੁਣ ਗੁਰੂ ਅਰਜਨ ਸਾਹਿਬ ਕੀ ਕਹਿ ਰਹੇ ਨੇ ਤੁਸੀਂ ਆਪੇ ਸੁਣ ਲਓ, ਮੈਂ ਤੇ ਸਿਰਫ ਐਕਸਪਲੇਨ ਹੀ ਕਰ ਰਿਹਾ ਨਾ, ਕਹੇ ਤੇ ਪੰਜਵੇਂ ਪਾਤਸ਼ਾਹ ਰਹੇ ਨੇ ਨਾ, ਮੈਂ ਤੇ ਸਿਰਫ ਤੁਹਾਨੂੰ ਉਹ ਚੇਤਾ ਕਰਾ ਰਿਹਾ ਵੀ ਮਹਾਰਾਜ ਬਾਪੂ ਸਾਡਾ ਏਦਾਂ ਕਹਿੰਦਾ। ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਂਧੇ। ਪਿਆਰੇ ਇਨ ਬਿਦ ਮਿਲਨ ਨਾ ਜਾਈ। ਇਹ ਕੰਮ ਕਰਨ ਨਾਲ ਨਹੀਂ ਗੱਲ ਬਣਦੀ। ਇੱਕ ਵਾਰੀ ਤੁਸੀਂ ਵੀ ਆਖੋ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਪਿਆਰੇ ਇਨ ਬਿਦ। ਕਿਆ ਬਾਤ। ਇੱਕ ਗੱਲ ਗਿਆਨੀ ਮਾਨ ਸਿੰਘ ਚੌਰ ਕਹਿੰਦੇ ਹੁੰਦੇ ਸਨ, ਧਾਰਨਾ ਲਵਾਉਂਦੇ ਸਨ। ਉਹ ਕਹਿੰਦੇ ਹੁੰਦੇ ਸਨ ਵੀ ਪਤਾ ਨਹੀਂ ਨਿਰੰਕਾਰ ਵੱਲੋਂ ਕੋਈ ਬਖਸ਼ਿਸ਼ ਹੈ, ਜਿਸ ਬੀਬੀ ਨੇ ਕਦੀ ਹਾਰਮੋਨੀਅਮ ਤੇ ਉਂਗਲ ਵੀ ਨਹੀਂ ਨਾ ਰੱਖੀ, ਉਹ ਵੀ ਸੁਰ ਵਿੱਚ ਬੋਲ। ਉਹ ਮੇਰਾ ਆਪਣਾ ਤਜਰਬਾ ਹੈ, ਜਦੋਂ ਕਿਤੇ ਇਸ ਤਰ੍ਹਾਂ ਬਾਣੀ ਗਵਾਈਏ ਨਾ, ਇੱਕ ਵੀ ਬੀਬੀ ਬੇਸੁਰੀ ਨਹੀਂ ਹੁੰਦੀ। ਔਰ ਜਿਹੜੇ ਸਾਡੇ ਭਾਈ ਨੇ, ਇਹਨਾਂ 'ਚ ਕੋਈ ਵਿਰਲਾ ਸੁਰ ਵਿੱਚ ਹੁੰਦਾ। ਅਗਲੀ ਗੱਲ ਮੈਂ ਨਹੀਂ ਹੈ, ਜਦੋਂ ਕਿਤੇ ਇਸ ਤਰ੍ਹਾਂ ਕਹਿਣਾ ਪਏ ਭਾਈ ਸੰਗਿਆ ਨਾ ਕਰੋ, ਝਕਿਆ ਨਾ ਕਰੋ। ਔਰ ਇਸ ਮਾਮਲੇ ਵਿੱਚ ਭਾਵੇਂ ਪੁਰਸ਼ ਪ੍ਰਧਾਨ ਸਮਾਜ ਹੈ, ਇਸ ਮਾਮਲੇ ਵਿੱਚ ਇਹਨਾਂ ਦੇ ਪਿੱਛੇ ਲੱਗ ਜਾਇਆ ਕਰੋ, ਇਹਨਾਂ ਨੂੰ ਫੋਲੋ ਕਰਿਆ ਕਰੋ, ਕਿਉਂਕਿ ਇਹ ਸੁਰ ਵਿੱਚ ਬੋਲਦੀਆਂ। ਹਜ਼ੂਰ ਕਹਿਣ ਲੱਗੇ ਮੈਂ ਕੀਏ ਕਰਮ ਅਨੇਕਾਂ, ਮੈਂ ਕੀਏ ਕਰਮ ਅਨੇਕਾਂ, ਮੈਂ ਕੀਏ मैं किए कर्म अनेका, मैं किए कर्म अनेका, मैं हार पर्यो स्वामी कै द्वार, हार पर्यो स्वामी कै द्वार, हार पर्यो। दीजै बुद्ध विवेका, दीजै बुद्ध विवेका, दीजै।
प्यारे इन भिद मिलन न जाय, प्यारे इन भिद मिलन न जाय, प्यारे। ਇਹ ਸਾਰੀ ਅਸ਼ਟਪਦੀ ਵਿੱਚ ਸਾਧ ਸੰਗਤ ਕਰਮ ਕਾਂਡਾਂ ਦਾ ਜ਼ਿਕਰ ਹੈ। ਹੁਣ ਅਗਲੇ ਕਰਮ ਕਾਂਡ ਕੀ ਨੇ ਜਿਹੜੇ ਸਾਨੂੰ ਕਰਨ ਤੋਂ ਮਹਾਰਾਜ ਨੇ ਮਨਾ ਕੀਤਾ? ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨਵਾਈ। 99.9% ਇਸ ਪੰਕਤੀ ਦਾ ਵਿਸ਼ਰਾਮ ਪਾਠੀ ਗ੍ਰੰਥੀ ਗਲਤ ਲਾਉਂਦੇ। ਉਹ ਕਹਿਣਗੇ ਮੋਨ ਭਇਓ, ਨਹੀਂ, ਮੋਨ ਆਪਣੇ ਆਪ ਵਿੱਚ ਸੈਪਰੇਟ ਕਰਮ ਕਾਂਡ। ਮੋਨ ਦੇ ਨੰਨੇ ਨੂੰ ਸ਼ਿਆਰੀ ਕੱਲਾ ਮੋਨ ਕਹਿ, ਮੋਨ ਕੌਮਾ ਭਇਓ ਕਰਪਾਤੀ, ਹੱਥਾਂ ਦੇ ਉੱਤੇ ਹੀ ਰੱਖ ਕੇ ਭੋਜਨ ਖਾਣਾ। ਕਰ ਮੈਨੇ ਹੱਥ, ਪਾਤੀ ਮੈਨੇ ਪਾਤਰ, ਹੱਥਾਂ ਨੂੰ ਪਾਤਰ ਬਣਾ ਲੈਣਾ। ਤੁਸੀਂ ਮੰਨਦੇ ਹੋ ਵੀ ਇਸ ਤਰ੍ਹਾਂ ਦੇ ਵੀ ਕਰਮ ਕਾਂਡ ਨੇ? ਭਾਈ ਕੁਛ ਨਹੀਂ ਕਰਨਾ, ਰੋਟੀ ਥਾਲੀ 'ਚ ਰੱਖ ਕੇ ਨਹੀਂ ਖਾਣੀ, ਹੱਥਾਂ ਤੇ ਰੱਖ ਕੇ ਖਾਣੀ ਹੈ, ਪ੍ਰਭੂ ਮਿਲ ਜੇ ਖਾਦ ਹੋ ਜਾਏਗੀ। ਵੀ ਇਹ ਕਿਵੇਂ ਪ੍ਰਭੂ ਨੂੰ ਮਿਲਦਾ ਸਾਧਨ ਹੋ ਸਕਦਾ? ਪਰ ਐਸੇ ਵੀ ਸਾਧਨ ਅਪਣਾਏ ਗਏ। ਮੌਨ ਧਾਰਨਾ, ਘੱਟ ਬੋਲਣਾ ਤੇ ਚੰਗੀ ਗੱਲ, ਘੱਟ ਬੋਲਣਾ ਚੰਗੀ ਗੱਲ ਹੈ, ਲੋੜ ਅਨੁਸਾਰ ਬੋਲ, ਪਰ ਬੋਲਣਾ ਹੀ ਨਾ। ਜੇ ਇਸ ਤਰ੍ਹਾਂ ਰੱਬ ਮਿਲਦਾ ਹੋਵੇ ਤਾਂ ਸਭ ਤੋਂ ਪਹਿਲਾਂ ਗੁੰਗਿਆਂ ਨੂੰ ਮਿਲਣਾ ਚਾਹੀਦਾ, ਪਰ ਨਹੀਂ ਮਿਲਦਾ। ਹੁਣ ਸਾਡੇ ਇੱਥੇ ਬੜੇ ਇਸ ਤਰ੍ਹਾਂ ਦੇ ਧਾਰਮਿਕ ਲੋਕ ਨੇ, ਤੁਸੀਂ ਜਾਓ ਕਹਿੰਦੇ ਬਾਬਾ ਜੀ ਨੇ ਮੌਨ ਧਾਰਨ ਕੀਤਾ। ਗਿਆਨੀ ਹਰਭਜਨ ਸਿੰਘ ਬੜੇ ਪ੍ਰਸਿੱਧ ਵਿਦਵਾਨ ਹੋਏ ਨੇ। ਇਹਨਾਂ ਨੇ ਆਪਣੇ ਸ਼ਹਿਰ ਦੇ ਵਿੱਚ ਜਦੋਂ ਗੁਰਦੁਆਰਾ ਕਲਗੀਧਰ ਸਿੰਘ ਸਭਾ ਕੇਂਦਰੀ ਸਥਾਨ ਹੁੰਦਾ ਸੀ, ਸਭ ਤੋਂ ਜ਼ਿਆਦਾ ਸੰਗਤ ਉੱਥੇ ਜੁੜਦੀ ਹੁੰਦੀ ਸੀ, ਜੇਲ੍ਹ ਰੋਡ। ਉੱਥੇ ਲੰਬਾ ਸਮਾਂ ਕਥਾ ਕੀਤੀ। ਉਦੋਂ ਪਹਿਲਾਂ ਫਗਵਾੜੇ ਸਨ ਮਾਡਲ ਤੋਂ, ਫਿਰ ਅਮਰੀਕਾ ਚਲੇ ਗਏ। ਉਹ ਕਹਿੰਦੇ ਵੀ ਮੈਂ ਅਮਰੀਕਾ ਤੋਂ ਜਦੋਂ ਆਇਆ ਕਾਫੀ ਸਾਲਾਂ ਬਾਅਦ, ਤੇ ਮੈਂ ਕਿਸੇ ਧਾਰਮਿਕ ਬੰਦੇ ਦੇ ਡੇਰੇ ਤੇ ਗਿਆ, ਤੇ ਉਹਨਾਂ ਨੇ ਅੱਗੇ ਲਿਖ ਕੇ ਲਾਇਆ ਸੀ ਵੀ ਉਹਨਾਂ ਨੇ 40 ਦਿਨ ਦਾ ਜਾਂ ਕਿਤਨੇ ਦਿਨ ਦਾ ਮੌਨ ਧਾਰਨ। ਮੌਨ ਦਾ ਮਤਲਬ ਬੋਲਣਾ ਨਹੀਂ। ਵੈਸੇ ਤਾਂ ਸਾਨੂੰ ਪਹਿਲੀ ਪੌੜੀ 'ਚ ਮਹਾਰਾਜ ਨੇ ਮਨਾ ਕੀਤਾ ਵੀ ਚੁੱਪੇ ਚੁੱਪ ਨਾ ਹੋਵੇ, ਜੇ ਲਾਏ ਰਹਾ ਲਵਿਤਾਰ, ਪਰ ਫਿਰ ਵੀ ਅਸੀਂ ਗਲਤੀਆਂ ਕਰਨੇ। ਬੜੀ ਦਿਲਚਸਪ ਕਥਾ ਹੱਡ ਬੀਤੀ ਉਹਨਾਂ ਦੀ। ਉਹ ਕਹਿੰਦੇ ਮੈਂ ਗਿਆ ਤੇ ਉਹਨਾਂ ਲਿਖ ਕੇ ਲਾਇਆ ਸੀ ਵੀ ਉਹਨਾਂ ਦਾ ਮੌਨ ਹੈ, ਤੁਸੀਂ ਗੱਲਬਾਤ ਨਹੀਂ ਕਰ ਸਕਦੇ, ਮਿਲ ਨਹੀਂ ਸਕਦੇ। ਉਹ ਕਹਿ ਲਗੇ ਚਲੋ ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ ਹੈ। ਮੈਂ ਤੇ ਕਾਫੀ ਦੂਰੋਂ ਆਇਆ ਸਾਂ, ਅਮਰੀਕਾ ਤੋਂ ਆਇਆ ਸਾਂ, ਤੇ ਕੁਝ ਮੇਰੇ ਕੋਲ ਦਸਵੰਧ ਦੀ ਰਕਮ ਨਹੀਂ ਸੀ ਤੇ ਮੈਂ ਉਹ ਦੇਣੀ ਸੀ। ਉਹ ਕਹਿ ਲਗੇ ਅੱਛਾ ਤੁਸੀਂ ਅਮਰੀਕਾ ਤੋਂ ਆਏ ਹੋ, ਦਸਵੰਧ ਦੇਣਾ? ਕਹਿੰਦੇ ਕੋਈ ਗੱਲ ਨਹੀਂ, ਉਹਦਾ ਹੱਲ ਹੈ ਵੇ। ਉਹ ਕਹਿ ਲਗੇ ਜੀ ਕੀ ਹੱਲ ਹੈ? ਕਹਿ ਲਗੇ ਵੀ ਤੁਸੀਂ ਨਾ ਬਾਬਾ ਜੀ ਨੂੰ ਲਿਖ ਕੇ ਉਹਨਾਂ ਦੇ ਸਾਹਮਣੇ ਰੱਖੋ, ਫਿਰ ਉਹ ਲਿਖ ਕੇ ਤੁਹਾਨੂੰ ਜਵਾਬ, ਫਿਰ ਤੁਸੀਂ ਫਿਰ ਕੁਝ ਲਿਖ ਦੇਣਾ। ਉਹ ਫਿਰ ਹੁਣ ਤੁਸੀਂ ਅਨੁਮਾਨ ਲਾਓ ਵੀ ਬੰਦਾ ਚੁੱਪ ਕਿੱਥੋਂ ਰਹਿ ਗਿਆ। ਪਹਿਲਾਂ ਤੇ ਤੁਸੀਂ ਡਾਲਰਾਂ ਤੇ ਤਿਲਕ ਗਏ, ਤੇ ਦੂਜੀ ਗੱਲ ਤੁਸੀਂ ਤਿਲਕ ਗਏ ਲਿਖਣ ਵਿੱਚ ਤੇ ਬੋਲਣ 'ਚ ਕੀ ਫਰਕ ਹੈ? ਰਸਨਾ ਚੁੱਪ ਹੈ, ਸੁਰਤ ਤੇ ਚੁੱਪ ਨਹੀਂ ਨਾ ਹੋਈ, ਮਨ ਤੇ ਚੁੱਪ ਨਹੀਂ ਨਾ ਹੋਇਆ। ਚੁੱਪ ਤੇ ਮਨ ਨੂੰ ਕਰਾਉਣਾ, ਤੇ ਮਨ ਤੇ ਚੁੱਪ ਹੋਇਆ ਨਹੀਂ। ਇਸ ਵਾਸਤੇ ਪਿਆਰਿਓ, ਇਹ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਪਿਆ। ਇਹ ਇੱਕ ਵਹਿਮ ਭਰਮ ਨੇ, ਜਿੰਨੇ ਮਰਜ਼ੀ ਇਹਨਾਂ ਨੂੰ ਵਧਾ। ਮੌਨ ਭਇਓ ਕਰਪਾਤੀ ਰਹਿਓ ਨਗਨ। ਹੁਣ ਕਈ ਇਸ ਤਰ੍ਹਾਂ ਦੇ ਸੰਪਰਦਾ ਨੇ, ਮੇਰਾ ਪ੍ਰਯੋਜਨ ਕਿਸੇ ਨੂੰ ਪਟਿਆਣਾ ਨਹੀਂ। ਹੁਣ ਜੈਨ ਧਰਮ ਕੀ ਹੈ? ਇਹਦੇ ਵਿੱਚ ਦੋ ਫਿਰਕੇ ਨੇ, ਇੱਕ ਦਿਗੰਬਰ ਤੇ ਇੱਕ ਸ਼ਵੇਤਾਂਬਰ। ਦਿਗੰਬਰ ਅਲਫ ਨੰਗੇ ਰਹਿੰਦੇ, ਬਾਜ਼ਾਰਾਂ ਦੇ ਵਿੱਚ ਉਹਨਾਂ ਦੇ ਜਲੂਸ ਨਿਕਲਦੇ, ਔਰ ਉਹ ਬਿਲਕੁਲ ਅਲਫ ਨੰਗਾ ਸੜਕ ਤੇ ਜਾ ਰਿਹਾ, ਆਲੇ ਦੁਆਲੇ ਭੀੜ, ਜੈ ਜੈਕਾਰ ਹੋ ਰਹੀ। ਇਹਦੀ ਬਹਾਦਰੀ ਕੀ ਹੈ? ਕਹਿੰਦੇ ਜੀ ਵੇਖੋ ਇਹ ਕੱਪੜੇ ਹੀ ਨਹੀਂ ਪਾਉਂਦੇ। ਦੇਖੋ ਮਾਨਸਿਕਤਾ ਅੱਜ ਵੀ ਲੋਕੀ ਜਰੀਬ ਲੈ ਕੇ ਚੰਦਰਮੇ ਤੇ ਤੁਰੇ ਫਿਰਦੇ ਨੇ ਵੀ ਆਹ ਪਲਾਟ ਮੇਰਾ ਆ, ਮੇਰਾ ਹੈ। ਤੇ ਅਸੀਂ ਅੱਜ ਵੀ ਇੱਥੇ ਖੜਿਆ, ਵੇਖੋ ਜੀ ਕਿੱਡਾ ਵੱਡਾ ਧਾਰਮਿਕ ਬੰਦਾ ਕੱਪੜੇ ਹੀ ਕੋਈ ਨਹੀਂ ਪਾਉਂਦਾ। ਤੇ ਮਹਾਰਾਜ ਬਾਣੀ ਪਤਾ ਕੀ ਕਹਿੰਦੇ? ਨਗਨ ਫਿਰਤ ਜੋ ਪਾਈ ਹੈ ਜੋਗ, ਬਨ ਕਾ ਮਿਰਗ ਮੁਕਤ ਸਭ ਹੋ। ਕਿਆ ਨਾਂਗੇ ਕਿਆ ਬਾਂਧੇ ਚਾਂ, ਜਬ ਨਹੀਂ ਚੀਨਸ ਆਤਮ ਰਾਮ। ਮੂੰਹ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇੜ ਨ ਗਈਆ ਕਾਈ। ਬਿੰਦ ਰਾਖ ਜੋ ਤਰੀਏ, ਫਲਾਣੇ ਨੇ ਤਾਂ ਜੀ ਵਿਆਹ ਹੀ ਨਹੀਂ ਕਰਾਇਆ। ਤੇ ਮਹਾਰਾਜ ਕਹਿੰਦੇ ਜੇ ਇਸ ਤਰ੍ਹਾਂ ਰੱਬ ਮਿਲਦਾ ਹੋਵੇ ਤੇ ਸਾਰੇ ਖੁਸਰਿਆਂ ਨੂੰ ਮਿਲਣਾ ਚਾਹੀਦਾ। ਬਿੰਦ ਰੱਖਣ ਦੀ
ਸਾਡੇ ਸਮਾਜ 'ਚ ਇੱਥੇ ਕੁਝ ਗੱਲਾਂ ਖੁੱਲ੍ਹ ਕੇ ਨਹੀਂ ਹੁੰਦੀਆਂ, ਕਿਉਂਕਿ ਬੇਟੀਆਂ ਵੀ ਬੈਠੀਆਂ ਹੁੰਦੀਆਂ, ਭੈਣਾਂ ਵੀ ਬੈਠੀਆਂ ਹੁੰਦੀਆਂ, ਪਰ ਤੁਸੀਂ ਸਾਰੇ ਪੜ੍ਹੇ ਲਿਖੇ ਸਮਝਦੇ। ਬਿੰਦ ਕੇ ਸਧਈਆ, ਮਹਾਰਾਜ ਕਹਿੰਦੇ ਤਾਂ ਇਹ ਹੀਜ ਕੀ ਬੜਾਈਆ ਵੇ। ਮੈਂ ਜੀ ਮਣੀ ਨੂੰ ਸਟੋਰ ਕਰਨਾ, ਇਹਨੂੰ ਮੈਂ ਵੇਸਟ ਨਹੀਂ ਕਰਨਾ। ਮਹਾਰਾਜ ਕਹਿੰਦੇ ਤੇ ਹਿਜੜੇ ਵੀ ਕਰਦੇ। ਇਹ ਤੇ ਇੱਕ ਬਾਡੀ ਹੈ ਤੁਹਾਡੀ, ਇਹਦੇ ਵਿੱਚ ਆਟੋਮੈਟਿਕ ਸਭ ਕੁਝ ਹੋ ਰਿਹਾ। ਜਿਹੜੀ ਚੀਜ਼ ਖਰਚ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਉਹ ਖਲਾਸ ਹੁੰਦੀ ਹੈ, ਉਹ ਤੁਹਾਡੀ ਮਸ਼ੀਨਰੀ ਆਟੋਮੈਟਿਕ ਹੋਰ ਕ੍ਰੀਏਟ ਕਰ ਦਿੰਦੀ ਹੈ। ਇਹ ਟੈਨਸ਼ਨ ਨਹੀਂ ਲੈਣ ਦੀ ਕੀ ਲੋੜ। ਤੇ ਜੇ ਇਸ ਤਰ੍ਹਾਂ ਹੁੰਦਾ ਹੋਵੇ ਤੇ ਫਿਰ ਖੁਸਰਿਆਂ ਨੂੰ ਸਭ ਤੋਂ ਪਹਿਲਾਂ ਰੱਬ ਮਿਲਣਾ ਚਾਹੀਦਾ ਸੀ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸਿੱਖ ਨੇ ਨਹੀਂ ਏਦਾਂ ਦੇ ਵਹਿਮ ਭਰਮ ਕਰ। ਮੋਨ ਭਇਓ ਕਰਪਾਤੀ, ਸਿੱਖ ਨੇ ਗ੍ਰਸਤ ਵਿੱਚ ਰਹਿਣਾ, ਕਾਰੋਬਾਰ ਕਰਨਾ ਹੈ, ਉਹਦੇ ਚੋਂ ਦਸਵੰਧ ਕੱਢ ਕੇ ਚੰਗੇ ਕੰਮਾਂ ਤੇ ਲਾਣਾ, ਆਪਣੇ ਪਰਿਵਾਰ ਵਿੱਚ ਬਹਿਣਾ, ਹੱਸਣਾ ਹੈ, ਖੇਡਣਾ ਹੈ, ਕੋਈ ਟੈਨਸ਼ਨ ਨਹੀਂ ਲੈਣੀ, ਕੋਈ ਇਸ ਤਰ੍ਹਾਂ ਦੇ ਵਹਿਮ ਨਹੀਂ ਗੇ ਕਰਦੇ। ਮੋਨ ਭਇਓ ਕਰਪਾਤੀ, ਰਹੇ ਹੋ ਨਗਨ ਫਿਰੇ ਹੋ ਬਨ ਮਾਈ, ਤਟ ਤੀਰਥ ਇਹ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਈ, ਮਨ ਕਾਮਣਾ ਤੀਰਥ ਜਾਏ ਬਸਿਓ, ਸਿਰ ਕਰ ਵਤ ਧਰਾਏ, ਮਨ ਕੀ ਮੈਲ ਨ ਉਤਰੈ ਇਹ ਬਿਦ, ਜੇ ਲਖ ਜਤਨ ਕਰਾਏ, ਕਨਕ ਕਾਮਣੀ ਹੈ ਮਰ ਗਏ ਵਰ, ਬਹੁ ਬਿਦ ਦਾਨ ਦਾਤਾਰਾ, ਅੰਨ ਬਸਤਰ ਭੂਮ ਬਹੁ ਅਰਪੈ, ਨੈ ਮਿਲੀਐ ਹਰ ਦਵਾਰ। ਫਿਰ ਹੋਰ ਵੀ ਬਚਨ ਕਹੇ। ਹੁਣ ਉਹਨਾਂ ਸਮਾਂ ਨਹੀਂ, ਅਖੀਰ ਚ ਤੋੜਾ ਪਤਾ ਕਿੱਥੇ ਝਾੜਦੇ ਨੇ। ਇਹ ਸਾਰੇ ਕਰਮ ਕਾਂਡਾਂ ਨੂੰ ਖੰਡਨ ਕਰਦੇ ਨੇ, ਤੇ ਸਾਧ ਖੰਡਨ ਕਰਕੇ ਫਿਰ ਮੰਡਨ ਕਰਦੇ। ਆਪ ਜੀ ਨੂੰ ਪਤਾ ਹੈ ਖੰਡਨ ਕਿਹਨੂੰ ਕਹਿੰਦੇ ਤੇ ਮੰਡਨ ਕਿਹਨੂੰ ਕਹਿੰਦੇ। ਆਪ ਜੀ ਵਿੱਚੋਂ ਕੁਝ ਜਿਗਿਆਸੂਆਂ ਨੂੰ ਪਤਾ ਹੋਵੇਗਾ, ਕੁਝ ਬੱਚੀਆਂ ਵੀ ਕਈ ਵਾਰ ਮਾਵਾਂ ਨਾਲ ਆਉਂਦੀਆਂ ਨੇ, ਟੀਨੇਜਰ ਨਹੀਂ ਪਤਾ ਹੁੰਦਾ ਹੈ ਜਿਹੜੇ ਪੁਰਾਣੇ ਗ੍ਰੰਥਾਂ ਦੀ ਬੋਲੀ ਨੂੰ ਬੇਨਤੀ ਕਰਦੇ ਖੰਡਨ ਕੀ ਹੈ ਤੇ ਮੰਡਨ ਕੀ ਹੈ। ਜਟਕੀ ਬੋਲੀ ਚ ਖੰਡਨ ਇਹ ਹੈ ਵੀ ਆ ਨਹੀਂ ਕਰਨਾ, ਖੰਡਨ ਮੈਨੇ ਆ ਕੰਮ ਨਹੀਂ ਕਰਨਾ, ਤੇ ਮੰਡਨ ਮੈਨੇ ਆ ਕੰਮ ਕਰਨਾ। ਹੁਣ ਇਹ तमाम ਗੱਲਾਂ ਨਹੀਂ ਕਰਨੀਆਂ, ਕਰਮ ਕਾਂਡ ਨੇ। ਫਿਰ ਕਰਨਾ ਕੀ ਹੈ? ਤੇ ਹਜ਼ੂਰ ਫਰਮਾਨ ਕਰਦੇ ਨੇ, ਹਰ ਕੀਰਤ, ਹਰੀ ਦੀ ਕੀਰਤੀ ਕਰਨੀ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ। ਸੰਗਤ ਵਿੱਚ ਜੁੜ ਕੇ ਹਰੀ ਕੀਰਤੀ ਜਿਹੜੀ ਹੁੰਦੀ ਹੈ ਨਾ, ਉਹਦੇ ਤੋਂ ਉੱਪਰ ਕੋਈ ਕੰਮ ਹੈ ਹੀ ਨਹੀਂਗਾ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ, ਫਿਰ ਕਹਿ ਦਿਓ ਸਤਨਾਮ ਸ੍ਰੀ। ਯਾਰਿਓ ਘਰ ਵਿੱਚ ਬੈਠ ਕੇ ਤੁਸੀਂ ਕੀਰਤਨ ਸੁਣ ਸਕਦੇ ਹੋ, ਕਥਾ ਸੁਣ ਸਕਦੇ ਹੋ, YouTube ਤੇ ਵੀ ਆਪਣੇ ਫੋਨ ਤੇ ਸੁਣ ਸਕਦੇ ਹੋ, ਪਰ ਪੈਰ ਪਵਿੱਤਰ ਹੁੰਦੇ ਨੇ ਜਦੋਂ ਸੰਗਤ ਵਿੱਚ ਹੁੰਦੇ। ਪਾਮ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਨੀ। ਜਦੋਂ ਅੱਗੇ ਆ ਕੇ ਮੱਥਾ ਟੇਕਦੇ ਹੋ, ਸੀਸ ਪਾਵਨ ਹੋ ਜਾਂਦਾ। ਤੇ ਮੁਖ ਸੁਹਾਵਾ ਜਾਂ ਤਉ ਜਸ ਗਾਵੇ, ਜਦੋਂ ਇੱਥੇ ਬਹਿ ਕੇ ਨਾਲ ਧਾਰਨਾ ਪੜ੍ਹਦੇ ਹੋ, ਰਸਨਾ ਪਵਿੱਤਰ ਹੋ ਜਾਂਦੀ ਹੈ, ਮੁਖ ਪਵਿੱਤਰ ਹੋ ਜਾਂਦਾ ਹੈ। ਜਿਉ ਪਿਆ ਤਉ ਸ਼ਰਨੀ, ਤੇ ਜਦੋਂ ਜਿੰਦ ਕਰਕੇ ਤੇਰੀ ਸ਼ਰਨ ਪੈ ਜਾਂਦੇ, ਜਿੰਦ ਵੀ ਪਵਿੱਤਰ ਹੋ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ। ਕਉ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣ। ਪਰ ਭਾਈ ਇਹ ਹਾਰੀ ਸਾਰੀ ਨੂੰ ਪ੍ਰਾਪਤ ਨਹੀਂ ਹੁੰਦੀ ਸੰਗਤ। ਜਿਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ ਉਹਨਾਂ ਨੂੰ ਸ਼ੁਕਰਾਨਾ ਕਰਨਾ ਚਾਹੀਦਾ, ਉਹਨਾਂ ਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਹੈ ਵੀ ਕੋਈ ਮੇਰੀ ਬੈਕਗ੍ਰਾਉਂਡ ਚੰਗੀ ਹੈ ਤਾਂ ਮੈਂ ਸੰਗਤ ਵਿੱਚ ਆਇਆ। ਵਰਨਾ ਗੁਰਦੁਆਰੇ ਦੀਆਂ ਕੰਧਾਂ ਨਾਲ ਘਸਰ ਕੇ ਲੋਕੀ ਵਾਪਸ ਤੁਰ ਜਾਂਦੇ ਨੇ, ਅੰਦਰ ਨਹੀਂ ਆ ਕੇ ਬੈਠ ਸਕਦੇ। ਕਲੀ ਨਾਲ ਕੱਪੜੇ ਤੇ ਲਵੇੜ ਲੈਣਗੇ, ਅੰਦਰ ਨਹੀਂ ਆਉਣਾ। ਅੱਬਲ ਤੇ ਆਉਣਾ ਨਹੀਂ। ਜੇ ਆ ਗਏ ਤੇ ਭਾਜਾਂ ਨੇ ਪ੍ਰਕਰਮਾ ਕਰਕੇ, ਤੇ ਜੇ ਬਹਿ ਗਏ ਤੇ ਕੁੱਚੜ ਪੇੜੇ ਲੱਗ ਜਾਂਦੇ। ਭਾਈ ਮਨ ਮਾਰਨਾ ਪਏ। ਕਮ ਸੇ ਕਮ ਬੁਲਾਰੇ ਨੂੰ ਤੁਸੀਂ 5, 7, 10 ਮਿੰਟ ਤੇ ਦਿਓ ਨਾ। ਤੁਹਾਨੂੰ ਨਾ ਕੀਲ ਸਕਿਆ ਤੇ ਚਲੋ ਤੁਸੀਂ ਚਲੇ ਜਾਓ। ਹੁਣ ਤੁਹਾਨੂੰ ਬੈਂਦਿਆਂ ਸਾਰੀ ਉਹ ਕਿਵੇਂ ਕੀਲਦਾ, ਤੇ ਆਖਰ ਉਹਨੂੰ ਮੌਕਾ ਦਿਓ। ਸ਼ਬਦ ਪੜ੍ਹਿਆ, ਹੁਣ ਮੈਂ ਸਵੇਰੇ ਸ਼ਬਦ ਪੜ੍ਹਨਾ, ਕਈ ਉਦੋਂ ਹੀ ਭੱਜ ਜਾਂਦੇ। ਉਹ ਭਲਿਓ ਤੁਸੀਂ 10 ਮਿੰਟ ਬਵੋ, ਫਿਰ ਜਾ ਕੇ ਉਠਾਓ। ਬਵੋ ਤੇ ਸਹੀ ਨਾ, ਸੁਣੋ ਤੇ ਸਹੀ। ਪਰ ਜਦੋਂ ਸੁਣਨਾ ਹੀ ਨਹੀਂ ਤੇ ਕੀ ਪਤਾ ਲੱਗੇਗਾ ਭਾਈ ਬੋਲਦਾ ਕੀ। ਮੌਕਾ ਦਿਓਗੇ ਤੇ ਮੈਂ ਕੋਸ਼ਿਸ਼ ਕਰਾਂਗਾ ਨਾ ਵੀ ਇਹਨਾਂ ਨੂੰ ਬਿਠਾਣਾ ਹੈ। ਤੁਹਾਡਾ ਬਾਡੀ ਲੈਂਗੁਏਜ ਤੁਹਾਡੇ ਵੱਲ ਮੈਂ ਦੇਖਣਾ ਕਿਉਂ, ਤੁਸੀਂ ਪਤਾ ਨਹੀਂ ਕੀ ਸੋਚਦੇ ਹੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ।
35 ਸਾਲ ਦੇ ਅਨੁਭਵ ਵਿੱਚੋਂ ਇਹ ਗੱਲ ਪਤਾ ਲੱਗ ਗਈ ਹੈ ਵੀ ਕਿਹੜੇ ਆਡੀਅנס ਨੂੰ ਗੱਲ ਅੰਦਰ ਹਜਮ ਹੋ ਰਹੀ ਹੈ ਤੇ ਕਿਹਦੀ ਟਕਰਾ ਕੇ ਮੇਰੇ ਕੋਲ ਵਾਪਸ ਆ ਰਹੀ, ਕਿਹੜਾ ਜੁੜ ਰਿਹਾ ਹੈ ਤੇ ਕਿਹੜਾ ਅਜੇ ਡਿਸਟਰਬ ਹੋ ਰਿਹਾ। ਬਾਡੀ ਲੈਂਗੁਏਜ ਉਹ ਥੋੜਾ ਜਿਹਾ, ਬਹੁਤਾ ਨਹੀਂ ਤੇ ਥੋੜਾ ਜਿਹਾ ਮੈਨੂੰ ਅਨੁਭਵ ਹੋ ਜਾਂਦਾ। ਕਈ ਵਾਰੀ 2-3 ਸਰੋਤੇ ਹੁੰਦੇ ਨੇ ਜਿਨ੍ਹਾਂ ਕਰਕੇ ਮੈਂ ਕਥਾ ਕਰਦਾ, ਗੁਰੂ ਕਿਰਪਾ ਕਰਕੇ ਤੋਂ ਸਰੋਤੇ ਅਸੀਸ ਦੇ ਕੇ ਕਥਾ ਕਰਵਾ ਲੈਂਦੇ, ਰਿਸਪੌਂਸ ਦਿੰਦੇ ਨੇ। ਉਹ ਰਿਸਪੌਂਸ ਜਿਹੜੀ ਹੈ ਉਹਦੇ ਨਾਲ એનર્ਜੀ ਮਿਲਦੀ, ਉਹਦੇ ਨਾਲ ਕੁਝ ਕਹਿਣ ਤੇ ਦਿਲ ਕਰਦਾ। ਹੁਣ ਮਸਕੀਨ ਸਾਹਿਬ ਕਥਾ ਕਰਨ, ਮੈਂ ਵੀ ਬੈਠਾ ਸਾਂ ਸਰੋਤਿਆਂ ਨੂੰ, ਗੁਰਦੁਆਰਾ ਸੀਸ ਚੰਦ ਸਾਹਿਬ ਦੀ ਗੱਲ ਸੱਚੀ ਮੁੱਚੀ ਹੱਡ ਬੀਤੀ ਦੱਸ, ਉਹ ਕਥਾ ਕਰਨ ਤਾਬਿਆ ਮੈਂ ਕਿ ਨਹੀਂ ਸਰ ਕਰਦੇ ਨਾਲ ਸਟੇਜ ਹੈ, ਇੱਕ ਸੱਜਣ ਅੱਗੇ ਬੈਠੇ ਬਿਲਕੁਲ ਨੇੜੇ, 5 ਮਿੰਟਾਂ ਬਾਅਦ ਕਾਫ ਇਸ ਤਰ੍ਹਾਂ ਕਰਕੇ ਘੜੀ ਵੇਖ, ਫਿਰ ਬਹਿ ਜਾਣ ਇੱਧਰ ਉੱਧਰ ਵੇਖਣ, 5 ਮਿੰਟਾਂ ਬਾਅਦ ਫਿਰ ਘੜੀ ਵੇਖ, 5 7 10 ਵਾਰ ਉਹਨਾਂ ਘੜੀ ਵੇਖੀ। ਮਸਕੀਨ ਸਾਹਿਬ ਕਹਿਣ ਲੱਗੇ ਵੀ ਮੈਂ ਬੇਵਕੂਫ ਹਾਂ, 5 ਮਿੰਟ ਬਾਅਦ ਘੜੀ ਦੇਖਣਾ ਵੀ ਟਾਈਮ ਕਦੋਂ ਹੋਵੇ, ਨਹੀਂ ਦਿਲ ਕਰਦਾ ਤੇ ਚਲਾ ਜਾ। ਹੁਣ ਕਦੀ ਕਦੀ ਜਦੋਂ ਅਸੀਂ ਇਸ ਤਰ੍ਹਾਂ ਦਾ ਆਚਰਣ ਕਰਨੇ ਆ ਤੇ ਬੁਲਾਰੇ ਨੂੰ ਵੀ ਅਸੀਂ ਡਿਸਟਰਬ ਕਰਦੇ, ਉਹਨੂੰ ਕਮ ਸੇ ਕਮ ਅਹਿਸਾਸ ਤੇ ਕਰਾਓ ਨਾ ਵੀ ਅਸੀਂ ਤੈਨੂੰ ਲਾਈਕ ਕਰ ਰਹੇ ਹਾਂ, ਅਸੀਂ ਸੁਣ ਰਹੇ ਹਾਂ। ਜੇ ਨਹੀਂ ਤੇ ਕੋਈ ਸੰਗਲੀ ਥੋੜਾ ਪਾਈ ਪਿਆ। ਖੈਰ ਮੇਰਾ ਇਹ ਵਿਸ਼ਾ ਨਹੀਂ, ਸੰਗਤ ਭਾਗਾਂ ਵਾਲਿਆਂ ਨੂੰ ਮਿਲਦੀ ਜੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਇਦੋਂ ਵੱਡਾ ਕੋਈ ਧਾਰਮਿਕ ਫੀਲਡ 'ਚ ਕਰਮ ਨਹੀਂ। ਕੁਛ ਵੀ ਕਰ ਲਓ, ਸੰਗਤ ਵਿੱਚ ਜਿਹੜਾ 10 ਮਿੰਟ 20 ਮਿੰਟ ਅੱਧਾ ਘੰਟਾ ਜੁੜਨਾ, ਇਦੋਂ ਵੱਧ ਕੇ ਕੋਈ ਹੋਰ ਕੰਮ ਨਹੀਂ ਹੋ ਸਕਦਾ। ਮੈਂ ਨਹੀਂ ਕਹਿੰਦਾ, ਪੰਜਵੇਂ ਪਾਤਸ਼ਾਹ ਕਹਿ ਰਹੇ, ਪਰ ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ, ਤੇਰੋ ਸੇਵਕ ਇਹ ਰੰਗ ਰਾਤਾ। ਜਿਹੜੇ ਜਿਹੜੇ ਤੇਰੇ ਸੇਵਕ ਨੇ ਉਹ ਇਸ ਰੰਗ ਵਿੱਚ ਰੰਗੇ ਜਾਂਦੇ ਨੇ, ਜਿਹੜੇ ਨਹੀਂ ਰੰਗੇ ਜਾਂਦੇ ਅਜੇ ਸੇਵਕ ਨਹੀਂ ਬਣੇ। ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ ਰਹਾਓ ਦੂਜਾ। ਪਹਿਲਾ ਰਹਾਓ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ ਰਹਾਓ। ਤੇ ਫਿਰ ਦੂਜਾ ਰਹਾਓ ਜਿਹਨੇ ਕਲੀਅਰ ਕੀਤਾ ਵੀ ਵਿਵੇਕ ਬੁੱਧ ਨਾਲ ਕਰਨਾ ਕੀ ਹੈ, ਸੰਗਤ ਵਿੱਚ ਜੁੜਨਾ, ਇਹੋ ਵਿਵੇਕ ਬੁੱਧ। ਸੋ ਸਮਾਂ ਬਿਲਕੁਲ ਕਰੀਬ ਹੈ, ਮੈਂ ਬਾਕੀ ਸ਼ਬਦ ਦੇ ਵੀ ਦਰਸ਼ਨ ਆਪ ਜੀ ਨੂੰ ਕਰਾ ਦਿਆਂ। ਵੇਦ ਕੀ ਪੁੱਤਰੀ ਸਿਮਰਤ ਭਾਈ, ਆ ਸਿਮਰਤੀਆਂ ਪੜ੍ਹਨ ਵਾਲੇ ਧਿਆਨ ਦੇ ਲਓ। ਵੇਦਾਂ ਦੇ ਆਧਾਰ ਤੇ ਲਿਖੀਆਂ ਹੋਈਆਂ ਸਿਮਰਤੀਆਂ, ਸਿਮਰਤੀਆਂ ਨੂੰ ਪੜ੍ਹਨ ਵਾਲਿਆਂ ਵਾਸਤੇ ਸੰਗਲ ਤੇ ਰੱਸੀਆਂ ਲੈ ਕੇ ਆ ਗਈ, ਇਹਨਾਂ ਨੂੰ ਜਕੜਿਆ ਹੋਇਆ। ਸੰਕਲ ਜੇ ਵਰੀ ਲੈ ਆਈ, ਸੰਗਲ ਤੇ ਰੱਸੀਆਂ ਨਾਲ ਲੈ ਕੇ ਆਈ। ਆਪਨ ਨਗਰ, ਆਪਣਾ ਹੀ ਨਗਰ, ਆਪਣੇ ਹੀ ਮੰਨਣ ਵਾਲੇ, ਆਪਣੇ ਹੀ ਪੈਰੋਕਾਰਾਂ ਨੂੰ ਆਪਨ ਨਗਰ ਆਪ ਤੇ ਬਾਂਧਿਆ। ਮੋਹ ਕੈ ਫਾਂਦ ਕਾਲ ਸਰ ਸਾਂਧਿਆ। ਆਪਣੇ ਹੀ ਮੰਨਣ ਵਾਲਿਆਂ ਨੂੰ ਜਕੜਿਆ ਹੋਇਆ, ਉਹਨਾਂ ਨੂੰ ਕਰਮ ਕਾਂਡਾਂ ਦੇ ਮੋਹ ਵਿੱਚ ਫਸਾ ਕੇ ਮੌਤ ਦਾ ਸਹਿਮ ਉਹਨਾਂ ਦੇ ਸਿਰ ਦੇ ਉੱਤੇ ਲਟਕਾਇਆ। ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਪੜ੍ਹ ਪੜ੍ਹ ਕੇ ਮਨੁੱਖ ਰਿਲੈਕਸ ਨਾ ਹੋਵੇ, ਸਗੋਂ ਹੋਰ ਭੈ ਭੀਤ ਹੋਏ। ਇਸ ਤਰ੍ਹਾਂ ਇਹਨਾਂ ਸਿਮਰਤੀਆਂ 'ਚ ਗੱਲਾਂ। ਭਗਤ ਕਬੀਰ ਸਾਹਿਬ ਕਹਿ ਰਹੇ, ਮੋਹ ਕੈ ਫਾਂਦ ਕਾਲ ਸਰ ਸਾਂਧਿਆ, ਕਟੀ ਨਾ ਕਟੈ ਟੂਟ ਨਾ ਜਾਈ। ਹੁਣ ਜਿਹੜੇ ਇਸ ਜਾਲ ਵਿੱਚ ਫਸ ਗਏ ਉਹ ਇਹਨਾਂ ਸੰਗਲਾਂ ਰੱਸੀਆਂ ਨੂੰ ਕੱਟਣਾ ਚਾਹੁਣ ਨਾ ਤੇ ਕੱਟ ਨਹੀਂ ਸਕਦੇ, ਤੇ ਆਪਣੇ ਆਪ ਇਹ ਟੁੱਟਦੀ ਕੋਈ ਨਹੀਂ। ਟੂਟ ਨਾ ਜਾਈ ਦੇ ਅਰਥ ਨੇ ਆਪਣੇ ਆਪ ਟੁੱਟਦੀ ਨਹੀਂ, ਤੇ ਜਿਨ੍ਹਾਂ ਨੂੰ ਇਹ ਬੰਧਨ ਪੈ ਗਏ ਨੇ ਉਹ ਆਪਣੀ ਮਰਜ਼ੀ ਨਾਲ ਤੋੜ ਨਹੀਂ ਸਕਦੇ। ਹੁਣ ਤੇ ਜਿਹੜਾ ਇੱਕ ਵਾਰੀ ਫਸ ਗਿਆ ਉਹ ਸਮਝ ਲਓ ਫਸ। ਇਸ ਕਰਕੇ ਭਾਈ ਅਸੀਂ ਇਹਦੇ 'ਚ ਫਸੀਏ ਹੀ ਨਾ। ਸਾਨੂੰ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਵਹਿਮਾਂ ਭਰਮਾਂ ਤੋਂ ਨਿਜਾਤ ਦਵਾ ਦਿੱਤੀ। ਕਟੀ ਨਾ ਕਟੈ ਟੂਟ ਨਾ ਜਾਈ, ਸਾ ਸਾਪਨ ਹੋਏ ਜਗ ਕੋ ਖਾਈ। ਕਿੱਡਾ ਸੋਹਣੀ ਉਦਾਹਰਨ। ਸਪਣੀ ਜਦੋਂ ਆਂਡਿਆਂ ਚੋਂ ਬੱਚੇ ਕੱਢਦੀ ਨਾ ਪਿਆਰਿਓ, ਮਨੌਤ ਹੈ, ਹਕੀਕਤ ਵੀ ਹੈ। ਪਹਿਲਾਂ ਤੇ ਅਸੀਂ ਨਹੀਂ ਸਮਝਦੇ, ਹੁਣ ਉਹ 1-2 ਡਿਪਾਰਟਮੈਂਟ ਇਸ ਤਰ੍ਹਾਂ ਦੇ ਨੇ, ਉਹਨਾਂ ਨੇ ਨਾ ਜੰਗਲਾਂ ਦੇ ਵਿੱਚ ਥਾਂ ਥਾਂ ਤੇ ਕੈਮਰੇ ਲਾ ਦਿੱਤੇ। ਉਹ ਕੀ ਦਿਨ ਕੀ ਰਾਤ ਕਪੈਸਿਟੀ ਉਹਨਾਂ ਦੀ ਬੜੀ ਹੈ, ਉਹ ਰਿਕਾਰਡਿੰਗ ਕਰੀ ਜਾਂਦੇ ਕਰੀ। ਕਈ ਐਸੀਆਂ ਗੱਲਾਂ ਉਹਦੇ ਵਿੱਚ ਰਿਕਾਰਡ ਹੋ ਗਈਆਂ ਜਿਹੜੀਆਂ ਮਨੁੱਖ ਮੰਨ ਹੀ ਨਹੀਂ ਸੀ ਸਕਦਾ। ਉਹ ਕਹਿੰਦਾ ਵੀ ਏਦਾਂ ਹੋ ਹੀ ਨਹੀਂ ਸਕਦਾ, ਏਦਾਂ ਹੋਇਆ। ਉਹ ਜਦੋਂ ਕੱਢਦੀ ਏ ਤੇ 99% ਨੂੰ ਆਪੇ ਖਾ ਜਾਂਦਾ।
ਸਰਪਣੀ ਆਪਣੇ ਬੱਚਿਆਂ ਨੂੰ ਆਪ ਹੀ ਖਾ ਜਾਂਦੀ। ਵੇਖੋ ਇਹ ਸਿਮਰਤੀਆਂ ਸਰਪਣੀ ਬਣ ਗਈਆਂ, ਆਪਣੇ ਮੰਨਣ ਵਾਲਿਆਂ ਨੂੰ ਆਪ ਹੀ ਖਾਈ ਜਾ ਰਹੀਆਂ ਨੇ, ਆਪ ਹੀ ਉਹਨਾਂ ਨੂੰ ਖਤਮ ਕਰੀ ਜਾ ਰਹੀਆਂ ਨੇ, ਆਪ ਹੀ ਉਹਨਾਂ ਨੂੰ ਦੁਖੀ ਕਰੀ ਜਾ ਰਹੀਆਂ। ਸਾ ਸਾਪਨ ਹੋਏ ਜਗ ਕੋ ਖਾਈ, ਆਪਣੇ ਹੀ ਪੈਰੋਕਾਰਾਂ ਨੂੰ ਖਾ ਰਹੀ ਹੈ। ਹੁਣ ਅੰਤ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਨੇ, ਹਮ ਦੇਖਤ ਜਿਨ ਸਭ ਜਗ ਲੂਟਿਆ, ਮੇਰੇ ਦੇਖਦਿਆਂ ਸਿਮਰਤੀਆਂ ਨੇ ਸਾਰੇ ਸੰਸਾਰ ਨੂੰ ਲੁੱਟ ਲਿਆ, ਸਾਰਿਆਂ ਨੂੰ ਉਜੜੇ ਪਾ ਦਿੱਤਾ, ਸਾਰਿਆਂ ਨੂੰ ਗਲਤ ਰਸਤੇ ਤੇ ਪਾ ਦਿੱਤਾ। ਹਮ ਦੇਖਤ ਮੇਰੇ ਦੇਖਦਿਆਂ ਜਿਨ੍ਹਾਂ ਸਿਮਰਤੀਆਂ ਨੇ ਸਭ ਜਗ ਲੂਟਿਆ, ਕਹੋ ਕਬੀਰ ਮੈਂ ਰਾਮ ਕੈ ਛੂਟਿਆ। ਭਾਈ ਮੈਂ ਇਹਨਾਂ ਸਿਮਰਤੀਆਂ ਦੇ ਚੱਕਰ 'ਚ ਨਹੀਂ ਪਿਆ, ਮੈਂ ਤੇ ਵਾਹਿਗੁਰੂ ਵਾਹਿਗੁਰੂ ਜਪ ਕੇ ਇਹਨਾਂ ਬੰਧਨਾਂ ਤੋਂ ਨਜਾਤ ਹਾਸਲ ਕਰਦੀ। ਸੋ ਸਤਿਗੁਰੂ ਪਿਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਜੀ, ਸਾਨੂੰ ਇਹ ਜਿਹੜੇ 4 ਵਰਨ ਨੇ, 4 ਆਸ਼ਰਮ ਨੇ ਤੇ ਕਰਮ ਕਾਂਡ ਨੇ, ਇਹਨਾਂ ਤੋਂ ਬਚਣ ਦਾ ਉਪਦੇਸ਼ ਦੇ ਰਹੇ ਨੇ। ਕਰਮ ਧਰਮ ਪਾਖੰਡ ਜੋ ਨੀਸਹਿ, ਤਿਲ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਓ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ, ਉਤਰੀਐ ਨਹੀਂ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਅਸੀਂ ਗੁਰੂ ਪ੍ਰਸਾਦ ਨਾਲ, ਗੁਰੂ ਕਿਰਪਾ ਨਾਲ ਇਹਨਾਂ ਕਰਮ ਕਾਂਡਾਂ ਨੂੰ, ਇਸ ਫਲ ਜਗਨ ਨੂੰ ਪਾਰ ਕਰਨਾ ਹੈ। ਸਿੱਖ ਨੇ ਇਹਨਾਂ ਵਹਿਮਾਂ ਭਰਮਾਂ 'ਚ, ਇਹਨਾਂ ਸਾਧ ਸੰਗਤ ਕਰਮ ਕਾਂਡਾਂ ਦੇ ਸ਼ਿਕਾਰ ਨਹੀਂ ਹੋਣਾ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਵਾਸਤੇ ਦਾਸ ਸਾਹਿਬ ਦੀ ਜੋ ਖਿਮਾ ਦਾ ਜਾਚਕ ਹੈ। ਸੋ ਆਓ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਖੀ ਗੁਰੂ ਪਿਆਰੇ ਭਾਈ ਜੀ ਸਿੰਘ ਆਪਣੇ ਜੱਥੇ ਵਿੱਚ ਹਾਜ਼ਰ ਨੇ। ਭਾਈ ਸਾਹਿਬ ਦੇ ਜੱਥੇ ਤੋਂ ਕੀਰਤਨ ਸਰਵਣ ਕਰਕੇ ਰਾਜ ਪ੍ਰਾਪਤ ਕਰੀਏ ਜੀ। ਔਰ ਕਲੀਮਰ ਬੇਨਤੀ ਹੈ ਸਾਧ ਸੰਗਤ ਜੀ ਕਿ ਹੇਠਾਂ ਬੇਸਮੈਂਟ ਵਿੱਚ ਪੱਥਰਾਂ ਦੀ ਸੇਵਾ ਚੱਲ ਰਹੀ ਹੈ, ਔਰ ਇਸ ਤੋਂ ਇਲਾਵਾ ਇਧਰ ਸਾਈਡ ਤੇ ਥੋੜੀ ਜਿਹੀ ਜਗ੍ਹਾ